ਗੁਰੂ ਸਾਹਿਬ ਜੀਓ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿਗੋਬਿੰਦ। हरि राय हर कृष्ण गुर तेग बहादुर चंद। दसवें गोविंद सिंह गुरु नमो चरण अरविंद। श्री गुर शब्द कमाए जिन जीते पंच विकार। तिन संतन को बंदना सिर चरणन पर तार। एकांकारा सतगुरु ते प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहेगुरु साहिब जीओ। एक ओंकार सतगुर प्रसाद। श्री वाहिगुरु जी की फतेह। अथ अष्टम रास कथनं दोहरा। जिस बिन जाने बृंद दुख जाने आनंद बिलंद। पार ब्रह्म परमात्मा बंदो जुग कर बंद। एक ओंकार सतगुर प्रसाद। श्री वाहिगुरु जी की फतेह। अथ अष्टम रास कथनं दोहरा। जिस बिन जाने बृंद दुख वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी, गुरु महाराज की किरपा नाल अमृत वेले तो सुंदर दीवान सज रहा है। चवर छतर तख्त दे मालक प्रतख सतगुरु श्री गुरु ग्रंथ साहिब जी की प्रकाश सेवा हुई है। उपरांत ग्रंथी साहिबान की रचना राही कोई समा गुरबाणी का जाप नितनेम होया है। तो सारागी सिंघां की रचना राही चुरकी बाणी सच की बाणी का कोई समा संगी दे निजमां विच कीर्तन होया है। आप संगतां ने संगत रूप विच हाजरियां भरदियां होइयां गुरबाणी का कीर्तन करके जिथे आनंद माणिया उत्थे लाहा लिया है। कीर्तन तो बाद आपां मीरे पीरी दे मालिक छेवें पातशाह सतगुरु हरगोबिंद साहिब जी का जो काफ़ी समय तो मुढ़ तो इतिहास लड़ीवार रूप प्रसंग चल रहा है
ਉਸ ਨੂੰ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਰਵਣ ਕਰਦੇ ਹਾਂ। ਕੱਲ ਦੇ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਹੋ ਗੁਜਰਵਾਲ ਤੋਂ ਰਸਤਾ ਤੈਅ ਕਰਦੇ ਹੋਏ ਸਦਰੋਂ ਨਦੀ ਤੋਂ ਪਾਰ ਲੰਘਦੇ ਹੋਏ ਪਹੁੰਚੇ ਸਨ। ਜਿਵੇਂ ਕਰਤਾਰਪੁਰ ਨਗਰ ਨਿਵਾਸੀਆਂ ਨੇ ਆਪ ਜੀ ਨੂੰ ਜੀ ਆਇਆਂ ਕਿਹਾ, ਰਾਤ ਦੇ ਸਮੇਂ ਖੁਸ਼ੀ ਵਿੱਚ ਦੀਪਮਾਲਾ ਕੀਤੀ, ਦੀਵੇ ਜਗਾਏ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵੇਲੇ ਸ੍ਰੀ ਕਰਤਾਰਪੁਰ ਸਾਹਿਬ ਆਏ, ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 5 ਸ਼ਬਦਾਂ ਦੇ ਉਹ ਆਪ ਜੀ ਨੇ ਮਹਾਵਾਕ ਰੂਪ ਵਿੱਚ ਪਾਠ ਸੁਣੇ। ਇਸ ਤਰ੍ਹਾਂ ਅਗਲਾ ਦਿਨ ਹੋਇਆ, ਫਿਰ ਸੁੰਦਰ ਦੀਵਾਨ ਲਾ ਕੇ ਆਪ ਜੀ ਬੈਠ ਕੇ ਇਲਾਕੇ ਨਗਰਾਂ ਦੀਆਂ ਸਿੱਖ ਸੰਗਤਾਂ ਆਪ ਦੇ ਦਰਸ਼ਨ ਕਰਨ ਲਈ ਆਈਆਂ। ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਰੱਖ ਕੇ ਆਪ ਜੀ ਨੂੰ ਨਮਸਕਾਰਾਂ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਜਿਹੋ ਜਿਹੀ ਕੋਈ ਕਾਮਨਾ ਲੈ ਕੇ ਦਰਸ਼ਨ ਕਰਨ ਲਈ ਆਇਆ ਹੈ, ਉਹ ਸਭ ਦੀਆਂ ਮਨਾਂ ਦੀਆਂ ਜਾਣ ਕੇ ਉਹ ਆਪੇ ਹੀ ਪੂਰੀਆਂ ਕਰ ਰਹੇ ਹਨ। ਇਸ ਤਰ੍ਹਾਂ ਪੈਂਦੇ ਖਾਂ ਵੀ ਚੱਲ ਕੇ ਆ ਗਿਆ। ਜੰਗ ਯੁੱਧ ਦੀ ਗੱਲਬਾਤ ਇਸਨੇ ਚਲਾਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸ ਦਿੱਤਾ। ਇਸ 35,000 ਕਾਬਲ ਦਾ ਸੂਬਾ ਲਲਾਵੇ ਸ਼ਾਹਜਹਾਂ ਦੇ ਆਗਿਆ ਨਾਲ ਹੁਕਮ ਨਾਲ ਲੈ ਕੇ ਆ ਗਿਆ ਸੀ। ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਸਹਿਜੇ ਉਹਨਾਂ ਨੂੰ ਮਾਰ ਮੁਕਾਇਆ, ਫਤਿਹ ਜਿੱਤ ਪ੍ਰਾਪਤ ਕੀਤੀ। ਫਿਰ ਇਸਨੇ ਕਿਹਾ ਕਿ ਮਹਾਰਾਜ ਮੈਨੂੰ ਕਿਉਂ ਨਹੀਂ ਆਪ ਜੀ ਨੇ ਬੁਲਾਇਆ, ਯਾਦ ਕੀਤਾ, ਮੈਂ ਵੀ ਤੁਹਾਡੇ ਜੰਗ ਯੁੱਧ ਵਿੱਚ ਕੰਮ ਆਉਂਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢੰਗ ਨਾਲ ਹੀ ਕਹਿ ਦਿੱਤਾ, ਕਹਿੰਦੇ ਕੋਈ ਨਾ, ਹੁਣ ਫੇਰ ਜੰਗ ਯੁੱਧ ਹੋਏਗਾ, ਉਹਦੇ ਵਿੱਚ ਵੀ ਤੂੰ ਕੰਮ ਆਏਗਾ। ਬੜਾ ਭਾਰੀ ਭਿਆਨਕ ਜੰਗ ਹੋਏਗਾ, ਉਹਦੇ ਵਿੱਚ ਹੀ ਮਿੱਟੀ ਘੱਟੇ ਸਰੀਰ ਰੁੜ ਜਾਣਗੇ। ਜਾਣੀ ਇਸ਼ਾਰਾ ਕੀਤਾ ਵੀ ਤੂੰ ਵੀ ਉਹਦੇ ਵਿੱਚ ਮੁਰੇਗਾ। ਸੋ ਇਸ ਤਰ੍ਹਾਂ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋ ਗੁਰਤਾ ਗੱਦੀ ਦਾ ਤਖਤ ਹੈ, ਉਹਦੇ ਤੋਂ ਉੱਪਰ ਗਏ ਹਨ। ਦੀਵਾਨ ਦੀ ਸਮਾਪਤੀ ਹੋਈ। ਸਿੱਖ ਸੰਗਤਾਂ ਆਪੋ ਆਪਣੇ ਘਰਾਂ ਨਗਰਾਂ ਨੂੰ ਪਰਤ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਨਿੱਜੀ ਅਸਥਾਨ ਤੇ ਆ ਬਿਰਾਜਮਾਨ ਹੋਏ। ਇੱਕ ਤੋਂ ਤੱਕ ਕਵੀ ਸੰਤੋਖ ਸਿੰਘ ਜੀ ਨੇ ਸਾਰੀ ਕਥਾ ਛੰਦਾਬੰਦੀ ਵਿੱਚ ਕਹਿ ਕੇ ਫਿਰ ਜਿਹੜੀ 7ਵੀਂ ਰਾਤ ਸੀ ਉਹਦੀ ਸੰਪੂਰਨਤਾ ਕਰ ਦਿੱਤੀ ਤੇ ਸਤਿਗੁਰੂ ਦੇ ਕਥਾ ਦਾ ਜਿਹੜਾ ਅਖੀਰ ਤੇ ਸੁਣਨ ਦਾ ਫਲ ਦੱਸਿਆ, ਉਹ ਸਾਰਾ ਪ੍ਰਸੰਗ ਆਪਾਂ ਲੜੀਵਾਰ ਰੂਪ ਵਿੱਚ ਕੱਲ ਸੁਣੀ ਲਿਆ ਸੀ। ਅੱਜ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਕੀ ਰਹਿੰਦਾ ਪ੍ਰਸੰਗ ਕਹਿਣ ਤੋਂ ਪਹਿਲਾਂ 8ਵੀਂ ਰਾਤ ਨੂੰ ਪ੍ਰਾਰੰਭ ਕਰਦਿਆਂ ਹੋਇਆਂ ਤੇ ਪ੍ਰਾਰੰਭਤਾ ਵਿੱਚ ਜੋ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਬਾਣੀ ਦੀ ਉਚਾਰਨ ਕਰਨ ਸਮੇਂ ਵਸਤੂ ਨਿਰਦੇਸ਼ ਮੰਗਲ ਲਿਖੇ ਨੇ, ਉਹਨਾਂ ਨੂੰ ਆਪਣੀ ਇਸ਼ਟਾਪਤੀ ਜਨਾਉਂਦਿਆਂ ਹੋਇਆ ਮੁਖਤਾ ਦਿੱਤੀ ਹੈ, ਪਹਿਲ ਦਿੱਤੀ। ਉਦੋਂ ਬਾਅਦ ਫਿਰ ਆਪਣੇ ਵੱਲੋਂ ਆਪਣੀ ਕਾਵਿ ਰਚਨਾ ਵਿੱਚ ਵਾਹਿਗੁਰੂ ਦਾ ਜਸ ਕੀਤਾ ਹੈ। ਇਹ ਕੋਈ ਕਵੀ ਸੰਤੋਖ ਸਿੰਘ ਜੀ ਦੀ ਮਹਾਨ ਇਸ਼ਟਾਪਤੀ ਹੈ ਵੀ ਜਦੋਂ ਵੀ ਕੋਈ ਕਾਵਿ ਰਚਨਾ ਵਿੱਚ ਕੋਈ ਛੰਦਾਬੰਦੀ ਵਿੱਚ ਕੋਈ ਲਿਖਦੇ ਹਨ
ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਜਿਹੜਾ ਵਸਤੂ ਨਿਰਦੇਸ਼ ਮੰਗਲ ਹੈ ਉਹੀ ਅੱਗੇ ਰੱਖਦੇ ਹਨ। ਨਹੀਂ ਤਾਂ ਮਨੁੱਖ ਜਿਹੜਾ ਹੈ ਉਹ ਕੋਈ ਪੁਸਤਕ ਲਿਖੇ ਕਾਵਿ ਰਚਨਾ ਵਿੱਚ ਤੇ ਉਹ ਪੁਸਤਕ ਦੇ ਮੁੱਢ ਵਿੱਚ ਆਪਣੇ ਵੱਲੋਂ ਕੋਈ ਦੋਹਰੇ ਵਿੱਚ ਜਾਂ ਛਪੇ ਛੰਦ ਵਿੱਚ ਜਾਂ ਸਵਈਏ ਛੰਦ ਵਿੱਚ ਜਾਂ ਕਵਿਤ ਛੰਦ ਵਿੱਚ ਜਾਂ ਅੜਿੱਲ ਵਿੱਚ ਜਾਂ ਨਿਸ਼ਾਨੀ ਛੰਦ ਵਿੱਚ ਜਾਂ ਛਪੇ ਛੰਦ ਵਿੱਚ ਉਹ ਪਰਮੇਸ਼ਰ ਦੀ ਜਾਂ ਜਿਹੜਾ ਉਹਦਾ ਇਸ਼ਟ ਹੈ ਉਹਦੀ ਸਿਰ ਸ਼ਲਾਘਾ ਕਰੇਗਾ। ਪਰ ਕਵੀ ਜੀ ਨੇ ਐਸਾ ਨਹੀਂ ਕਰਿਆ ਹੈ। ਪਹਿਲਾਂ ਗੁਰੂ ਮਹਾਰਾਜ ਦਾ ਜਿਹੜਾ ਮੰਗਲ ਕੀਤਾ ਹੋਇਆ ਉਸੇ ਨੂੰ ਪਹਿਲਾਂ ਲਿਖ ਕੇ ਫਿਰ ਆਪਣਾ ਮੰਗਲ ਕਾਵਿ ਰਚਨਾ ਵਿੱਚ ਕੀਤਾ ਹੈ। ਸੋ ਅੱਜ 8ਵੀਂ ਰਾਸ ਪ੍ਰਾਰੰਭ ਹੋ ਰਹੀ ਹੈ। ਇਹਦੀ ਪ੍ਰਾਰੰਭਤਾ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਮਹਾਨ ਇਸ਼ਟਾਪਤੀ ਨੂੰ ਜਨਾਉਂਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਾਣੀ ਵਿੱਚ ਮੰਗਲ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਉਚਾਰਨ ਕਰਦਿਆਂ ਜਿਹੜੇ ਮੰਗਲ ਕੀਤੇ ਉਹਨਾਂ ਨੂੰ ਮੁਖਤਾ ਦਿੰਦਿਆਂ ਹੋਇਆਂ ਇਹ ਲਫ਼ਜ਼ ਪਹਿਲਾਂ ਲਿਖੇ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਪਰਮੇਸ਼ਰ ਇੱਕੋ ਇੱਕ ਹੈ, ਉਹਦਾ ਹੋਰ ਕੋਈ ਸਾਨੀ ਨਹੀਂ। ਜਿਵੇਂ ਕਈਆਂ ਨੇ 5 ਈਸ਼ਰ ਮੰਨ ਲਏ ਹੈ, ਮਹਾਰਾਜ ਕਹਿੰਦੇ ਨਹੀਂ 5 ਈਸ਼ਰ ਨਹੀਂ, ਈਸ਼ਰ ਇੱਕੋ ਹੀ ਹੈ। ਉਹ ਦੂਜੇ ਤਾਂ ਗਾਉਣੀ ਹੈ, ਉਹਦੇ ਵਿੱਚ ਚੰਦਰਮਾ ਹੈ, ਸੂਰਜ ਹੈ, ਦੇਵੀ ਹੈ। ਇਹ ਸਾਧ ਕੇ ਇਹਨਾਂ ਨੇ ਕਈਆਂ ਨੇ 5 ਈਸ਼ਰ ਮੰਨੇ ਨੇ। ਗੁਰੂ ਮਹਾਰਾਜ ਕਹਿੰਦੇ ਨਾ ਉਹ ਈਸ਼ਰ ਇੱਕੋ ਇੱਕ ਹੈ। ਪਰ ਇੱਕੋ ਇੱਕ ਹੁੰਦਾ ਹੋਇਆ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਹੈ ਉਹ ਸਭ ਦਾ ਓਂਕਾਰ ਕੀਏ ਪ੍ਰਕਾਸ਼ਕ ਵੀ ਹੈ। ਇਹ ਸਭ ਦੀ ਰੱਖਿਆ ਕਰਨ ਵਾਲਾ ਵੀ ਹੈ, ਸਭ ਦਾ ਅੰਗੀਕਾਰ ਪੱਖ ਕਰਨ ਵਾਲਾ, ਸਹਾਇਤਾ ਮਦਦ ਕਰਨ ਵਾਲਾ ਵੀ ਉਹੀ ਹੈ। ਇਹ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਇੱਕੋ ਇੱਕ ਸਭ ਦਾ ਪ੍ਰਕਾਸ਼ਕ ਤੇ ਰੱਖ ਕੇ ਉਹ ਸਤਿਗੁਰੂ ਦੀ ਕਿਰਪਾ ਕਰਕੇ ਭਾਈ ਪ੍ਰਾਪਤ ਹੁੰਦਾ ਹੈ। ਵਸਤੂ ਨਿਰਦੇਸ਼ ਮੰਗਲ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਮੰਗਲ ਕੀਤਾ ਆਪਣੀ ਬਾਣੀ ਵਿੱਚ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਸ੍ਰੀ ਸੋਭਾ ਸੰਜੋਗਤ ਹੈ, ਸ੍ਰੀ ਸਵਾਹਿਮਾਨ ਵਾਹਿ ਚਰਜ ਰੂਪ ਹੈ ਤੇ ਗੁਰੂ ਸਰੂਪ ਹੈ। ਉਹ ਐਸੇ ਚਰਜ ਰੂਪ ਤੇ ਗੁਰੂ ਸਰੂਪ ਦੀ ਹਮੇਸ਼ਾ ਕਹਿੰਦੇ ਫਤਿਹ ਜਿੱਤ ਹੈ। ਐਸੇ ਸੋਭਾ ਸੰਯੁਕਤ ਵਾਹਿਗੁਰੂ ਨੂੰ ਜਪਣੇ ਕਰਕੇ ਇਹ ਜੀਵ ਦੀ ਵੀ ਲੋਕ ਪਰਲੋਕ ਵਿੱਚ ਕਹਿੰਦੇ ਫਤਿਹ ਹੁੰਦੀ। ਇੱਥੇ ਕਾਮਾਦਿਕਾਂ ਤੋਂ ਅਗਲੇ ਲੋਕ ਵਿੱਚ ਜਮਾਤ ਤੋਂ ਬਚਣ ਦੀ, ਵਕਾਰਾਂ ਤੋਂ ਬਚਣ ਦੀ ਇਸ ਤਰ੍ਹਾਂ ਫਤਿਹ ਜਿੱਤ ਹੁੰਦੀ ਹੈ। ਜਾਂ ਇਹ 84 ਦੇ ਜਗਨ ਦੀ ਜਿਹੜੀ ਫਤਿਹ ਜਿੱਤ ਹੋ ਜਾਂਦੀ ਹੈ, ਮੁੱਕ ਜਾਂਦਾ ਹੈ। ਅਥ ਅਸ਼ਟਮ ਰਾਸ ਕਵਨ ਅਥ ਇਸ ਤੋਂ ਉਪਰੰਤ ਅਸਦਾਰ ਸੇ ਹੁਣ ਅਸਦਾਰ ਸੇ ਉਪਰੰਤ ਇਹ ਦੋਵੇਂ ਮੰਗਲਾਂ ਤੋਂ ਬਾਅਦ ਯਾਨੀ ਉਪਰੰਤ ਅਥ ਹੁਣ 8ਵੀਂ ਰਾਸ ਵਿੱਚ ਰਹਿੰਦਾ ਹੋਇਆ ਜਿਹੜਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਸੰਗ ਹੈ ਉਹ ਅਸੀਂ ਕਥਨ ਕਰਦੇ ਹਾਂ ਸਰੋਤਾ ਜਨੋ। ਹੁਣ ਅੱਗੇ ਆਪਣਾ ਅਕਾਲ ਪੁਰਖ ਵਾਹਿਗੁਰੂ ਦਾ ਦੋਹਰੇ ਛੰਦ ਵਿੱਚ ਜਸ ਕੀਤਾ ਹੈ ਤੇ ਨਾਲੇ ਵਸਤੂ ਨਿਰਦੇਸ਼ ਹੈ, ਨਾਲ ਹੀ ਨਮਸਕਾਰਾਤਮਕ ਮੰਗਲ ਹੈ। ਜਿਹੜਾ ਆਪਣੇ ਇਸ਼ਟ ਨੂੰ ਜਸ ਕਰਕੇ ਮੱਥਾ ਟੇਕਿਆ ਜਾਏ ਉਹਨੂੰ ਨਮਸਕਾਰਾਤਮਕ ਮੰਗਲ ਕਿਹਾ ਜਾਂਦਾ ਹੈ। ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਜੋ ਲੰਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਸ ਤਰ੍ਹਾਂ ਉਹਦੇ ਵਿੱਚ 3 ਤਰ੍ਹਾਂ ਦੇ ਮੰਗਲ ਆ ਜਾਂਦੇ।
ਜੋ ਮੰਗ ਹੈ ਡੋਲਣ ਤੇ ਰੱਖੋ ਪ੍ਰਭੂ। ਇਹ ਨਮਸਕਾਰ ਹੈ ਡੰਡੌਤ ਬੰਦਨ ਅਨਕ ਵਾਰਸ, ਇਹ ਜਸ ਹੈ ਸਰਵ ਕਲਾ ਸਮਰੱਥੋਂ, ਇਥੇ ਸਾਰੀਆਂ ਸ਼ਕਤੀਆਂ ਦੇ ਸਮੇਤ ਹੋ। ਤੇ ਮੰਗ ਹੈ ਮਹਾਰਾਜ ਹੱਥ ਦੇ ਕੇ ਮੇਰੀ ਰੱਖਿਆ ਕਰੋ, ਮੇਰ ਭਰਿਆ ਸਿਰ ਤੇ ਹੱਥ ਰੱਖ ਕੇ ਮੇਰੀ ਰੱਖਿਆ ਕਰੋ। ਇਹ ਆਸ਼ੀਰਵਾਦ ਮੰਗਲ ਆ ਗਿਆ ਵੀ ਜਸ ਕਰਕੇ ਕੋਈ ਜਾਚਨਾ ਕਰਨੀ। ਇਹ ਅਸੀਂ ਦਰਸ਼ਨ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਨਾਲੇ ਜਸ ਕਰਦੇ ਆ, ਨਾਲ ਹੀ ਉਹਦੇ ਵਿੱਚ ਮੰਗ ਵੀ ਕਰਦੇ ਆ ਵੀ ਮਹਾਰਾਜ ਹੋਈ ਸਹਾਏ, ਸਹਾਇਤਾ ਕਰੀਏ। ਇਸੇ ਤਰ੍ਹਾਂ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਇਹ ਡਿੱਠੇ ਸਭ ਦੁਖ ਜਾਏ। ਇਹ ਵਿੱਚ ਆ ਪ੍ਰਾਪਤ ਮੰਗਵੀ ਆ ਗਏ ਵੀ ਜਿਨ੍ਹਾਂ ਨੇ ਕਹਿਣਾ ਇਹਨਾਂ ਦਰਸ਼ਨ ਕੀਤਿਆਂ ਸਾਰੇ ਦੁੱਖ ਚਲੇ ਜਾਂਦੇ। ਤੇਗ ਬਹਾਦਰ ਸਿਮਰਿਆ ਕਰਨਾ ਨਿਧ ਆਵੇ ਤਾਏ। ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰੀਏ ਤਾਂ ਯਾਦ ਕਰਨ ਨਾਲ ਨੌ ਨਿਧੀਆਂ ਦਾ ਜਿਹੜਾ ਮਾਲਕ ਵਾਹਿਗੁਰੂ ਹੈ ਉਹ ਹਿਰਦੇ ਰੂਪੀ ਘਰ ਦੇ ਵਿੱਚ ਆਪੇ ਆ ਜਾਂਦਾ ਹੈ। ਯਾਨੀ ਵਾਹਿਗੁਰੂ ਜਿਹੜਾ ਹੈ ਨਾ ਉਹਦਾ ਨਾਮ ਹੈ ਹਿਰਦੇ ਰੂਪ ਘਰ ਦੇ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਬਖਸ਼ਿਸ਼ ਹੁੰਦੀ ਹੈ। ਇੱਥੇ ਅਕਾਲ ਪੁਰਖ ਵਾਹਿਗੁਰੂ ਦਾ ਕਵੀ ਜੀ ਮੰਗਲ ਕਰ ਰਹੇ ਦੋਹਰੇ ਛੰਦ ਵਿੱਚ। ਜਿਸ ਬਿਨ ਜਾਣੈ ਬ੍ਰਿੰਦ ਦੁਖ। ਕਵੀ ਜੀ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਜਾਣੇ ਤੋਂ ਬਗੈਰ ਇਹ ਜੀਵ ਦੇ ਤਾਈਂ ਬੇਅੰਤ ਹੀ ਬੇਅੰਤ ਸਮੂਹ ਦੁੱਖ ਹੀ ਦੁੱਖ ਹੁੰਦੇ। ਉਹ ਮਾੜੇ ਕਰਮਾਂ ਕਰਕੇ, ਪਾਪ ਕਰਕੇ, ਬੇਈਮਾਨੀਆਂ ਧੋਖੇ ਠੱਗੇ ਮਾਰਨੇ ਕਰਕੇ ਇਹ ਜਾ ਨਹੀਂ ਸਕਦਾ। ਜਦੋਂ ਇੱਧਰ ਪ੍ਰਵਿਰਤ ਹੋ ਜਾਂਦਾ ਹੈ ਗੁਰੂ ਤੋਂ ਬਗੈਰ ਇਹ ਜਾਣ ਨਹੀਂ ਸਕਦਾ ਹੈ। ਜਿਸ ਪਰਮੇਸ਼ਰ ਦੇ ਜਾਣੇ ਤੋਂ ਬਿਨਾਂ, ਸਮਝੇ ਤੋਂ ਬਿਨਾਂ, ਅਨੁਭਵ ਕੀਤੇ ਤੋਂ ਬਿਨਾਂ ਇਹ ਜੀਵ ਨੂੰ ਬੇਅੰਤੀ ਸਮੂਹੀ ਦੁੱਖੀ ਦੁੱਖ ਭੋਗਣੇ ਪੈਂਦੇ ਹਨ। ਜਾਣੇ ਆਨੰਦ ਬਿਲੰਦ। ਜਿਸ ਪਰਮੇਸ਼ਰ ਦੇ ਜਾਣਿਆ ਹੋਇਆ ਇਹ ਜੀਵ ਦੇ ਤਾਈਂ ਬੜਾ ਭਾਰੀ ਜਿਹੜਾ ਬ੍ਰਹਮਾਨੰਦ ਆ ਉਹ ਪ੍ਰਾਪਤ ਹੁੰਦਾ ਹੈ। ਪਾਰ ਬ੍ਰਹਮ ਪਰਮਾਤਮਾ। ਐਸਾ ਕਿਹੜਾ ਹੈ ਪਰਾਰੂਪ ਹੈ, ਬ੍ਰਹਮ ਵਿਆਪਕ ਸਰੂਪ ਹੈ, ਪਰਮ ਆਤਮਾ ਰੂਪ ਹੈ। ਬੰਦਾ ਜੁਗ ਕਰ ਬੰਦ। ਉਸ ਪਰਮੇਸ਼ਰ ਨੂੰ ਮੈਂ ਦੋਵੇਂ ਹੱਥ ਜੋੜ ਕੇ ਮਨ ਬੁੱਧ ਰੂਪ ਵੀ ਤੇ ਬਾਹਰ ਅਸੂਰ ਰੂਪ ਵਿੱਚ ਵੀ ਦੋਵੇਂ ਹੱਥ ਜੋੜ ਕੇ ਬੰਦੋਂ ਨਮਸਕਾਰ ਕਰਦਾ ਹਾਂ। ਕਬਿਤ ਚੰਦਰਮਾ ਬਦਨ ਵਾਰੀ, ਉਜਲ ਰਦਨ ਵਾਰੀ। ਹੁਣ ਜਿਵੇਂ ਕਵ ਸੰਕੇਤ ਮਰਜ਼ਾਦਾ ਦਾ ਮੰਗਲ, ਜਿਵੇਂ ਕਵੀ ਵਿਦਵਾਨਾਂ ਨੇ ਸੰਕੇਤ ਬੰਨਿਆ, ਨਿਯਮ ਅਸੂਲ ਕਾਇਮ ਕੀਤਾ, ਉਸ ਮਰਜ਼ਾਦਾ ਅਨੁਸਾਰ ਮੰਗਲ। ਕਵੀ ਇੱਕ ਕਵਿਤਾ ਦੀ ਦਾਤੀ ਸ਼ਕਤੀਮੰਦ ਹੈ ਜਾਂ ਜਿਹੜੀ ਸਵੱਛ ਬੁੱਧੀ ਹੈ, ਉਜਲ ਬੁੱਧੀ ਹੈ, ਇਹੀ ਕਵਿਤਾ ਦੀ ਦਾਤੀ ਹੈ। ਇਸ ਕਰਕੇ ਉਹ ਸਵੱਛ ਬੁੱਧੀ ਦਾ ਮੰਗਲ ਹੈ, ਉਜਲ ਬੁੱਧੀ ਦਾ ਮੰਗਲ ਹੈ। ਜਾਂ ਜਿਹੜੀ ਕਵਿਤਾ ਬਖਸ਼ਿਸ਼ ਕਰਨ ਵਾਲੀ ਹੈ ਉਹ ਸ਼ਕਤੀ ਦਾ ਜਸ ਹੈ। ਉਹ ਕਵੀਆਂ ਨੇ ਕੋਈ ਮੰਨੀ ਉਹ ਸ਼ਕਤੀ ਤਾਕਤ ਹੈ। ਕਵੀ ਜੀ ਨੇ ਉਹਦੇ ਕਈ ਰੂਪ ਵਰਣਨ ਕੀਤੇ, ਕਿਤੇ ਵੀਰ ਰਸੀ ਰੂਪ, ਕਿਤੇ ਸ਼ਾਂਤ ਰੂਪ ਰਸ। ਇੱਥੇ ਦੋਵੇਂ ਰੂਪ ਹੀ ਉਹ ਕਥਨ ਕਰ ਰਿਹਾ ਉਹ ਸ਼ਕਤੀ ਦੇ। ਉਹ ਜਿਹੜੀ ਕਵਿਤਾ ਦੀ ਦਾਤੀ ਸ਼ਕਤੀ ਹੈ ਉਹ ਕੈਸੀ ਹੈ? ਚੰਦਰਮਾ ਬਦਨ ਵਾਰੀ। ਜਿਵੇਂ ਚੰਦਰਮਾ ਹੁੰਦਾ ਨਾ ਪੂਰਨਮਾਸੀ ਦਾ, ਇਹੋ ਜਿਹੇ ਕਹਿੰਦੇ ਉਹ ਜਿਹੜੀ ਸ਼ਕਤੀ ਹੈ ਕਵਿਤਾ ਦੀ ਦਾਤੀ ਉਹ ਮੁਖ ਵਾਲੀ ਹੈ। ਚੰਦਰਮਾ ਦੇ ਜਿਵੇਂ ਚੰਦਰਮਾ ਦਾ ਮੂੰਹ, ਜਿਵੇਂ ਚੰਦਰਮਾ ਬੜਾ ਚਮਕਦਾ ਦਮਕਦਾ ਹੈ, ਪ੍ਰਕਾਸ਼ ਦਾ ਹੈ, ਇਸ ਤਰ੍ਹਾਂ ਪੂਰਨਮਾਸੀ ਦੇ ਚੰਦਰਮਾ ਵਾਂਗੂ
ਉਹ ਸੋਹਣੇ ਮੁਖ ਵਾਲੀ ਹੈ। ਉਜਲ ਰਦਨ ਵਾਰੀ ਫੇਰ ਉਹ ਜਿਹੜੀ ਸ਼ਕਤੀ ਹੈ ਨਾ ਕਵਿਤਾ ਦੀ ਦਾਤੀ ਹੈ। ਇੱਕ ਤਾਂ ਹੁੰਦੇ ਨਾ ਮੇਰੇ ਵਿਚਾਰੇ ਵਿੰਗੇ ਟੇਢੇ ਜੇ ਦੰਦ, ਕਹਿੰਦੇ ਨਹੀਂ ਉਹ ਉਜਲ ਰਤਨ ਵਾਰੀ, ਉਜਲ ਚਿੱਟੇ ਰਤਨ ਕੀ ਦੰਦਾਂ ਵਾਲੀ ਹੈ, ਸੋਹਣੇ ਦੰਦਾਂ ਵਾਲੀ ਹੈ। ਵਿਗਨ ਕਦਨ ਵਾਰੀ ਆ ਜਿੰਨੇ ਕਵੀਆਂ ਦੇ ਵਿਗਨ ਹੈ ਉਹ ਸਾਰੇ ਕਹਿੰਦੇ ਕਦਨ ਵਾਰੀ ਕੱਟਣ ਵਾਲੀ ਹੈ। ਦਾਤੀ ਹੈ ਸ਼ਰਨ ਕੀ ਜਿਹੜੇ ਕਵੀ ਲੋਕ ਉਹ ਸ਼ਕਤੀ ਦੀ ਸ਼ਰਨ ਵਿੱਚ ਆ ਜਾਂਦੇ ਹੈ ਉਹਨਾਂ ਨੂੰ ਕਹਿੰਦੇ ਕਵਿਤਾ ਦੀ ਉਹ ਦਾਤੀ ਹੈ, ਦੇਣ ਵਾਲੀ ਹੈ। ਚਾਪਕ ਬਰਨ ਵਾਰੀ ਚੰਪਕ ਬਰਨ ਵਾਰੀ, ਇਸ ਤਰ੍ਹਾਂ ਜਿਵੇਂ ਚੰਬੇ ਦਾ ਰੰਗ ਹੁੰਦਾ ਹੈ ਨਾ, ਇਸ ਤਰ੍ਹਾਂ ਦੇ ਰੰਗ ਵਾਲੀ ਹੈ। ਚੰਬੇ ਦੇ ਫੁੱਲ ਦਾ ਰੰਗ ਬਹੁਤ ਚਿੱਟਾ ਹੁੰਦਾ ਹੈ, ਇਸ ਤਰ੍ਹਾਂ ਜਿਵੇਂ ਚੰਬੇ ਦੇ ਫੁੱਲ ਦਾ ਰੰਗ ਚਿੱਟਾ ਹੁੰਦਾ ਹੈ ਉਹ ਕਹਿੰਦੇ ਉਜਲ ਚਿੱਟੇ ਰੰਗ ਵਾਲੀ ਹੈ, ਚੰਬੇ ਦੇ ਫੁੱਲ ਵਾਂਗ। ਕਵਿਤਾ ਬਰਨ ਵਾਰੀ ਫਿਰ ਜਿਹੜੇ ਕਵੀ ਲੋਕ ਹੈ ਉਹਨਾਂ ਤੋਂ ਜਿਹੜੀ ਕਵਿਤਾ ਹੈ ਉਹ ਕਵੀਸ਼ਰੀ ਹੈ, ਉਹ ਵਰਣਨ ਵਾਰੀ ਕੀ ਵਰਣਨ ਕਰਾਉਣ ਵਾਲੀ ਹੈ, ਕਥਨ ਕਰਾਉਣ ਵਾਲੀ ਹੈ। ਕਿਉਂ ਕਵੀਆਂ ਤੋਂ ਜਿਹੜੀ ਸੋਹਣੀ ਕਵਿਤਾ ਉਹ ਵਰਣਨ ਕਰਾਉਣ ਵਾਲੀ, ਕਥਨ ਕਰਵਾਉਣ ਵਾਲੀ ਸ਼ਕਤੀ ਹੈ। ਸ਼ੋਸ਼ਟ ਬਰਨ ਵਾਰੀ ਫਿਰ ਸੋਸ਼ਟ ਕੀ ਹੈ? ਸ੍ਰੇਸ਼ਟ ਵਰਨੋਂ ਵਰਾਂ ਨੂੰ ਦੇਣ ਵਾਲੀ ਹੈ। ਇੱਕ ਤਾਂ ਨਾ ਸਰਾਪ ਦੇ ਬਚਨ ਕਹਿੰਦੇ ਨਹੀਂ, ਸ੍ਰੇਸ਼ਟ ਜਿਹੜੇ ਵਰ ਹੈ ਉਹਨਾਂ ਨੂੰ ਦੇਣ ਵਾਲੀ ਹੈ। ਜਾਂ ਸੋਸ਼ਟ ਸ੍ਰੇਸ਼ਟ ਜਿਹੜੇ ਵਰਨ ਕੀਏ ਰੰਗ ਹੈ, ਸ੍ਰੇਸ਼ਟ ਰੰਗ ਨੂੰ ਬਖਸ਼ਣ ਵਾਲੀ ਹੈ। ਵਰਨ ਦਾ ਅਰਥ ਕੀਰਤੀ ਗੁਣ, ਉਹ ਸ੍ਰੇਸ਼ਟ ਗੁਣਾਂ ਨੂੰ ਬਖਸ਼ਣ ਵਾਲੀ ਹੈ। ਉਰਮੇ ਧਰਨ ਕੀ ਹਾਂ, ਇਸ ਤਰ੍ਹਾਂ ਕਵੀਆਂ ਦੇ ਉਹ ਸ਼ਕਤੀ ਹਿਰਦੇ ਵਿੱਚ ਧਾਰਨ ਕਰਨ ਯੋਗ ਹੈ। ਜਿਹੜੇ ਕੋਈ ਕਵੀ ਲੋਕ ਹੈ ਉਹ ਇਹ ਸ਼ਕਤੀ ਨੂੰ ਧਾਰਨ ਕਰਦੇ ਹਨ, ਉਹਨਾਂ ਕਵੀਆਂ ਦੇ ਹਿਰਦੇ ਵਿੱਚ ਧਾਰਨ ਯੋਗ ਹੈ, ਉਹਨੂੰ ਜਿੱਤੇ ਕਰਨ ਯੋਗ ਹੈ। ਕੁੰਡਲ ਕਰਨ ਵਾਰੀ ਫੇਰ ਕਹਿੰਦੇ ਉਹ ਸ਼ਕਤੀ ਕਰਨ ਕੁੰਡਲ ਵਾਰੀ, ਕੰਨਾਂ ਦੇ ਵਿੱਚ ਕਹਿੰਦੇ ਕੁੰਡਲ ਪਾਉਣ ਵਾਲੀ ਹੈ। ਆਹ ਸੋਹਣੇ ਕੰਨਾਂ ਵਿੱਚ ਕੁੰਡਲ ਪਾਉਣ ਵਾਲੀ ਹੈ, ਕੁੰਡਲਾਂ ਵਾਲੀ ਹੈ। ਸੁਮਤ ਕਰਨ ਵਾਰੀ ਜਿਹੜੇ ਕੋਈ ਕਵੀ ਲੋਕ ਉਹਨਾਂ ਨੂੰ ਕਹਿੰਦੇ ਸ੍ਰੇਸ਼ਟ ਮਤ ਜਿਹੜੀ ਹੈ ਉਹ ਬਖਸ਼ਣ ਵਾਲੀ ਹੈ, ਜਾਂ ਸ੍ਰੇਸ਼ਟ ਮਤ ਨੂੰ ਕਰਨ ਵਾਲੀ ਹੈ। ਮਾੜੀ ਮਤ ਨੂੰ ਜਿਹੜੀ ਮਤ ਹੈ ਕੁਮਤ ਉਹਨੂੰ ਨਸ਼ਟ ਕਰਨ ਵਾਲੀ, ਜਿਹੜੀ ਸ੍ਰੇਸ਼ਟ ਮਤ ਹੈ ਆਤਮ ਵਿਸ਼ੈਣੀ ਬੁੱਧ ਹੈ ਉਹਨੂੰ ਕਵੀ ਨੂੰ ਕਹਿੰਦੇ ਬਖਸ਼ਿਸ਼ ਕਰਨ ਵਾਲੀ ਹੈ। ਕਮਲ ਕਰਨ ਵਾਰੀ ਇਸ ਤਰ੍ਹਾਂ ਕਹਿੰਦੇ ਕਮਲ ਕਰਨ ਵਾਲੀ, ਜਿਵੇਂ ਕਵਲ ਫਲ ਹੁੰਦੇ ਹੈ ਨਾ ਇਸ ਤਰ੍ਹਾਂ ਦੇ ਕਹਿੰਦੇ ਉਹ ਕਰਨ ਵਾਰੀ, ਕਰਨ ਹੱਥ ਨਾ ਹੁੰਦਾ ਹੈ, ਜਿਵੇਂ ਕਵਲ ਹੁੰਦਾ ਹੈ ਨਾ ਇਸ ਤਰ੍ਹਾਂ ਦੇ ਕਰ ਹੱਥਾਂ ਵਾਲੀ ਹੈ। ਕਰਨ ਦਾ ਅਰਥ ਹੱਥ। ਕਵਲ ਦੇ ਫਲ ਜਿਵੇਂ ਕੂਲੇ ਹੁੰਦੇ ਹਨ ਇਸ ਤਰ੍ਹਾਂ ਕੂਲੇ ਹੱਥਾਂ ਵਾਲੀ ਹੈ। ਗਤੀ ਹੈ ਕਰਨ ਕੀ ਫੇਰ ਕਹਿੰਦੇ ਜਿਹੜੇ ਕਵੀ ਲੋਕ ਹੈ ਜੋ ਉਹਨੂੰ ਯਾਦ ਕਰਦੇ, ਜੋ ਉਹਦੀ ਸ਼ਰਨ ਆ ਜਾਂਦੇ ਆ ਉਹਨਾਂ ਦੀ ਚੰਗੀ ਗਤੀ ਕਰਨ ਵਾਲੀ ਹੈ। ਕਿਉਂਕਿ ਸਵੱਛ ਬੁੱਧੀ ਰਾਹੀਂ ਕੋਈ ਕਵੀ ਵਾਹਿਗੁਰੂ ਦਾ ਜਸ ਕਰੂਗਾ, ਵਾਹਿਗੁਰੂ ਦਾ ਜਸ ਕਰੂ ਤੇ ਉਹਦੀ ਗਤੀ ਹੋ ਜਾਊਗੀ। ਜਿਹੜਾ ਭੈੜੀ ਮੱਤ ਹੈ ਤੇ ਫਿਰ ਭੈੜੀ ਕਥਨ ਕਰੂਗਾ, ਫਿਰ ਉਹ ਦੇਣਦਾਰ ਹੋਊ ਖਸੂ 84 ਦੇ ਚੱਕਰ ਵਿੱਚ। ਇਸ ਤਰ੍ਹਾਂ ਕਵੀ ਲੋਕਾਂ ਤੋਂ ਜਸ ਕਰਾ ਕੇ ਵਾਹਿਗੁਰੂ ਉਹਨਾਂ ਦੀ ਗਤੀ ਕਰਨ ਵਾਲੀ ਹੈ, ਮੁਕਤੀ ਕਰ ਦੇਣ ਵਾਲੀ ਹੈ। ਲੋਚਨ ਹਰਨ ਵਾਰੀ ਇਸ ਤਰ੍ਹਾਂ ਜਿਵੇਂ ਹਰਨ ਹੁੰਦਾ ਹੈ ਨਾ ਉਸ ਤਰ੍ਹਾਂ ਦੇ ਕਹਿੰਦੇ ਨੇਤਰਾਂ ਵਾਲੀ ਹੈ, ਲੋਚਨ ਵਾਲੀ। ਹਰਨ ਲੋਚਨ ਵਾਲੀ, ਹਰਨ ਦੇ ਨੇਤਰਾਂ ਦੇ, ਹਰਨ ਵਰਗੇ ਨੇਤਰਾਂ ਵਾਲੀ ਹੈ।
ਬਹੁਤ ਸੋਹਣੇ ਨੇਤਰਾਂ ਵਾਲੀ ਹੈ। ਤਰਨ ਅਰਨ ਵਾਰੀ ਜਿਹੜੇ ਅਰਨ ਕੀਏ ਬੈਰੀ ਹੈ ਉਹਨਾਂ ਨੂੰ ਦਰਨ ਵਾਲੀ, ਉਹਨਾਂ ਨੂੰ ਦਲ ਦੇਣ ਵਾਲੀ ਹੈ, ਦਲ ਸੁੱਟਣ ਵਾਲੀ ਹੈ। ਦੋਸ਼ਨ ਹਰਨ ਵਾਰੀ ਹਾਂ, ਤਰ੍ਹਾਂ ਤਰ੍ਹਾਂ ਦੇ ਜਿਹੜੇ ਦੋਸ਼ ਹੈ, ਔਗਣ ਗੁਨਾਹ ਹੈ, ਉਹਨਾਂ ਨੂੰ ਕਹਿੰਦੇ ਹਰਨ ਵਾਲੀ ਹੈ, ਨਾਸ ਕਰ ਦੇਣ ਵਾਲੀ ਹੈ। ਮਹਿਮਾ ਚਰਨ ਕੀ ਇਸ ਤਰ੍ਹਾਂ ਕਹਿੰਦੇ ਜਿਹੜੀ ਇਹ ਸ਼ਕਤੀ ਹੈ ਨਾ, ਕਵਿਤਾ ਦੀ ਦਾਤੀ, ਉਹਦੇ ਚਰਨਾਂ ਦੀ ਐਸੀ ਮਹਿਮਾ ਹੈ, ਜਿਹੜਾ ਉਹਦੇ ਚਰਨੀ ਪੈ ਜਾਂਦਾ ਕਵੀ ਉਹਦੇ ਦੋਸ਼ਾਂ ਨੂੰ ਨਾਸ ਕਰ ਦੇਣ ਵਾਲੀ ਹੈ। ਭਵਾ ਦੋਹਰਾ ਭਵਾ ਭੈ ਹਰਾ ਭਵ ਭਰੀ ਫੇਰ ਉਹ ਭਵਾ ਕਹਿੰਦੇ ਭਵਨੋ ਸੰਸਾਰ ਦਾ ਹੁੰਦਾ ਹੈ, ਸੰਸਾਰ ਨੂੰ ਕਹਿੰਦੇ ਭਰਨ ਵਾਲੀ ਹੈ। ਤੇ ਭੈ ਹਰੀ ਸੰਸਾਰ ਦੇ ਵਿੱਚ ਜਿਹੜੇ ਕਵੀਆਂ ਨੂੰ ਭੈ ਹੋਇਆ ਉਹਨੂੰ ਭੈ ਹਰਾ ਨਾਸ ਕਰ ਦੇਣ ਵਾਲੀ ਹੈ। ਤੇ ਭਵ ਭਰੀ ਸੰਸਾਰ ਨੂੰ ਭਰਨ ਵਾਲੀ, ਭੋਖਣ ਵਾਲੀ, ਪਾਲਣ ਵਾਲੀ ਹੈ। ਬਲੀ ਬਾਹ ਸਮਸ਼ੇਰ ਜਾਂ ਭਵ ਦਾ ਹੁੰਦਾ ਕਲਿਆਣ ਸਰੂਪ ਹੈ, ਭੈ ਨੂੰ ਹਰਾ ਨਾਸ ਕਰ ਦੇਣ ਵਾਲੀ ਹੈ। ਭਵ ਭਰੀ ਸੰਸਾਰ ਨੂੰ, ਭਵਨੋ ਸੰਸਾਰ ਦਾ, ਸੰਸਾਰ ਨੂੰ ਭਰਨ ਵਾਲੀ ਹੈ। ਬਲੀ ਬਾਹੋ ਸਮਸ਼ੇਰ ਕਹਿੰਦੇ ਜਿਵੇਂ ਸ਼ੇਰ ਹੁੰਦਾ ਉਹਦੇ ਸਮਾਨ, ਬਾਹੋ ਬਲੀ, ਬਾਹਾਂ ਕਹਿੰਦੇ ਸ਼ੇਰ ਦੇ ਵਰਗੀਆਂ ਉਹਦੀਆਂ ਬਲੀ ਹਨ। ਸ਼ੇਰ ਦੇ ਸਮਾਨ ਬਲੀ ਬਾਹਾਂ ਵਾਲੀ ਹੈ। ਹਾਥ ਜੋਰ ਮਮ ਬੰਦਨ ਕਵੀ ਜੀ ਕਹਿੰਦੇ ਐਸੀ ਸ਼ਕਤੀ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਨਮਸਕਾਰ ਹੈ। ਵਾਰ ਕਰਹਾ ਸਮਸ਼ੇਰ ਵਾਰ ਕਰਹਾ ਸਮਸ਼ੇਰ, ਜੋ ਆਪਣੇ ਕਹਿੰਦੇ ਸ਼ਮਸ਼ੇਰ ਨਾਲ ਤਲਵਾਰ ਦਾ ਹੁੰਦਾ, ਆਪਣੇ ਕਰ ਕੀ ਹੱਥਾਂ ਦੇ ਵਿੱਚ ਕਹਿੰਦੇ ਤਲਵਾਰ ਲੈ ਕੇ ਤੇ ਬਲ ਦੇ ਨਾਲ ਹਾਕੀਏ ਨਾਸ਼ ਕਰ ਦੇਣ ਵਾਲੀ ਹੈ। ਇਹ ਆਪਣੇ ਹੱਥਾਂ ਦੇ ਵਿੱਚ ਤਲਵਾਰ ਫੜ ਕੇ ਫਿਰ ਬਰਕੀਏ ਬਲ ਦੇ ਨਾਲ ਜਿੰਨੇ ਕੋਈ ਬਲੀ ਲੋਕ ਉਹਨਾਂ ਨੂੰ ਹਾਕੀਏ ਨਾਸ਼ ਕਰ ਦੇਣ ਵਾਲੀ, ਮਾਰ ਦੇਣ ਵਾਲੀ ਹੈ। ਬਰ ਕਰਹਾ ਸ਼ਮਸ਼ੇਰ, ਇਸ ਤਰ੍ਹਾਂ ਦੂਜਾ ਅਰਥ ਬਲ ਨਾਲ ਤਲਵਾਰ ਮਾਰਨ ਵਾਲੀ ਹੈ। ਸਿੱਧਾ ਹੀ ਅਰਥ ਬਰ ਕਰਹਾ, ਕਰ ਹੱਥ ਵਿੱਚ ਤਲਵਾਰ ਲੈ ਕੇ ਬਲ ਨਾਲ ਹਾ ਮਾਰਨ ਵਾਲੀ ਹੈ। ਹੋਏ ਜਾਣੀ ਜਿਹੜਾ ਕਵਿਤਾ ਦੀ ਦਾਤੀ ਕਵੀਆਂ ਨੇ ਸ਼ਕਤੀ ਮੰਨੀ ਹੈ, ਉਹਦਾ ਮੰਗਲ ਕਵੀ ਜੀ ਨੇ ਕੀਤਾ ਹੈ। ਇਸੇ ਤਰ੍ਹਾਂ ਸੰਪਰਦਾ ਵਿੱਚ ਇਹ ਜਿਹੜਾ ਇਹ ਛੰਦ ਹੈ, ਇਹਦੇ ਅੰਤਰੀਵ ਅਰਥ ਗੁਰਬਾਣੀ ਰੂਪ ਦੇ ਵਿੱਚ ਟੁਕਾਏ ਵੀ ਗੁਰਬਾਣੀ ਦਾ ਮੰਗਲ ਕਵੀ ਜੀ ਨੇ ਕੀਤਾ ਹੈ। ਉਹ ਜਿਵੇਂ ਵੀ ਸੰਪਰਦਾ ਵਿੱਚ ਇਸ ਛੰਦ ਦੇ ਅੰਤਰੀਵ ਅਰਥ ਕੀਤੇ ਜਾਂਦੇ ਹੈ ਗੁਰਬਾਣੀ ਦੀ ਮਹਿਮਾ ਵਿੱਚ, ਉਹ ਵੀ ਆਪਾਂ ਸੁਣ ਲਈਏ। ਚੰਦਰਮਾ ਬਦਨ ਵਾਰੀ ਇਹ ਜਿਹੜੀ ਗੁਰਬਾਣੀ ਹੈ ਨਾ, ਤੁਰਕੀ ਬਾਣੀ, ਸੱਚ ਕੀ ਬਾਣੀ, ਇਹ ਚੰਦਰਮਾ ਬਦਨ ਵਾਰੀ, ਜਿਹੜਾ ਅੰਤःਕਰਨ ਰੂਪੀ ਮੁੱਖ ਹੈ ਨਾ, ਇੱਕ ਹੈ ਨਾ ਬਾਹਰਲਾ ਮੁੱਖ, ਇੱਕ ਅੰਦਰਲਾ ਜਿਹੜਾ ਅੰਤःਕਰਨ ਹੈ, ਮਨ ਬੁੱਧ ਚਿੱਤ ਅਹੰਕਾਰ, ਇਹ ਚੌਹਾਂ ਚਤੁਸ਼ਟੇ ਦਾ ਨਾਮ ਅੰਤःਕਰਨ ਹੈ। ਜਿਵੇਂ ਜਿਹਦੇ ਚਾਰ ਟਾਇਰ ਜੇ ਲੱਗੇ ਹੋਣ, ਸਟੀਅਰਿੰਗ ਜਾਂ ਇੰਜਨ ਜਾਂ ਲੱਗਾ, 50-55 ਵਿੱਚ ਸੀਟਾਂ ਜੀਆਂ ਹੋਣ, ਉਹਨੂੰ ਅਸੀਂ ਬੱਸ ਕਹਿ ਦਿੰਦੇ ਹਾਂ। ਦੂਜੇ ਰੂਪ ਵਿੱਚ ਉਹ ਵਾਡੀ ਜੀ ਵੀ ਸੀਟਾਂ ਸੂਟਾਂ ਨਾ ਹੋਣ, ਮੂਹਰੇ ਇੱਕ ਦੋ ਹੋਣ ਬੈਠਣ ਨੂੰ, ਖੁੱਲ੍ਹਾ ਹੀ ਹੋਵੇ ਪਿੱਛੋਂ ਨੂੰ ਅਸੀਂ ਟਰੱਕ ਕਹਿੰਦੇ ਹਾਂ। ਕਿਸੇ ਨੂੰ ਟਰਾਲੀ ਵੀ ਕਹਿ ਦਿੰਦੇ, ਉਹ ਛੋਟੇ ਰੂਪ ਵਿੱਚ ਹੁੰਦੀ ਹੈ। ਯਾਨੀ ਉਹਨਾਂ ਦੇ ਨਾਂ ਰੱਖੇ ਹੈ ਤਾਂ ਉਹਨਾਂ ਦੇ ਵਿੱਚ ਲੋਹਾ ਲੁਹਾ ਲੱਕੜ ਲੁਕੜੀ ਲੱਗੀ ਹੋਈ ਹੈ ਨਾ,
ਉਹ ਸਾਰੇ ਦਾ ਨਾਂ ਅਸੀਂ ਕੋਈ ਨਾ ਕੋਈ ਰੱਖ ਲਿਆ। ਕਿਸੇ ਨੂੰ ਟਰੱਕ ਕਹਿ ਦਿੰਦੇ, ਕਿਸੇ ਨੂੰ ਬੱਸ ਕਹਿ ਦਿੰਦੇ, ਕਿਸੇ ਨੂੰ ਠੇਲਾ ਕਹਿ ਦਿੰਦੇ, ਕਿਸੇ ਟਰਾਲੀ ਕਹਿ ਦਿੰਦੇ। ਆਹ ਕਿ ਹੁਣ ਵਿੱਚੇ ਲਿਖਿਆ ਵੀ ਹੈ ਜੀ 407 ਹੈ ਜੀ। ਇੱਕ ਹੋਰ ਰੱਖ ਲਿਆ ਛੋਟਾ ਜਿਹਾ ਆ ਗਿਆ, ਇਹਨੂੰ ਹਾਥੀ ਕਹਿ ਦਿੰਦੇ ਆ। ਹੈ ਤਾਂ ਨਹੀਂ ਹਾਥੀ, ਉਹ ਛੋਟਾ ਮੂੰਹ ਦਾ ਇਹੋ ਜਿਹਾ, ਇਸ ਕਰਕੇ ਉਹਨਾਂ ਲੋਕਾਂ ਨੇ ਹਾਥੀ ਨਾ ਰੱਖ ਲਿਆ। ਦਰਸਾਉਣ ਵਾਸਤੇ ਹੈ ਉਹਦੇ ਵਿੱਚ ਲੋਹਾ ਤੇ ਲੱਕੜ। ਬਾਕੀ ਚੀਜ਼ਾਂ ਜਿਹੜੀਆਂ ਉਹ ਦੂਜਿਆਂ ਵਿੱਚ ਪੈਂਦੀਆਂ, ਉਹ ਵੀ ਉਹਦੇ ਵਿੱਚ ਤੇਲ ਵੀ ਉਹੋ ਜਿਹਾ ਪੈਂਦਾ, ਡੀਜ਼ਲ ਪਾ ਲਓ। ਬਾਕੀ ਮੁਗਲੈਲ ਪੈ ਲਓ, ਉਹੀ ਚਲਾਉਣ ਵਾਲਾ ਡਰਾਈਵਰ ਹੁੰਦਾ ਤੇ ਨਾ ਡਰੋਡੀ ਹੈ। ਇਸ ਤਰ੍ਹਾਂ ਵੀ ਇੱਕ ਤਾਂ ਬਾਹਰਲਾ ਮੁੱਖ ਹੈ, ਇੱਕ ਅੰਦਰ ਹੈ ਸਰੀਰ ਦੇ ਮੁੱਖ ਹੈ। ਉਹ ਹੈ ਅੰਤःਕਰਨ, ਮਨ, ਬੁੱਧ, ਚਿੱਤ, ਅਹੰਕਾਰ। ਇਹਦਾ ਚਤੁਸ਼ਟ ਚੌਹਾਂ ਦਾ ਨਾਂ ਅੰਤःਕਰਨ। ਵੀ ਅੰਦਰਲਾ ਜਿਹੜਾ ਹੈ ਨਾ ਅੰਤःਕਰਨ ਜਾਣੀ ਹਿਰਦਾ, ਉਹ ਹੈ ਮੁੱਖ। ਉਹਨੂੰ ਕਹਿੰਦੇ ਚੰਦਰਮਾ ਵਾਲੀ, ਜਿਵੇਂ ਵੈਰਾਗ ਰੂਪੀ ਜਿਹੜਾ ਚੰਦਰਮਾ ਉਹਦੇ ਸਹਿਜ ਪ੍ਰਕਾਸ਼ ਕਰਨ ਵਾਲੀ ਹੈ। ਉਜਲ ਰਦਨ ਵਾਰੀ। ਫਿਰ ਉਜਲ ਸਰੂਪ ਹੈ ਗੁਰਬਾਣੀ ਤੇ ਰਦਨ ਬਾਰੀ, ਰਾਧਨਾ ਬਾਰੀ। ਜਿਸ ਬਾਣੀ ਨੂੰ ਕੋਈ ਰੱਦ ਨਹੀਂ ਕਰ ਸਕਦਾ, ਰੱਦੀਕ ਨਹੀਂ ਕਰਨ ਵਾਲੀ। ਆਹ ਸਾਰੇ ਗੁਰਬਾਣੀ ਨੂੰ ਮੰਨਦੇ ਹੈ कि भई ये तुर की बाणी है, सच की बाणी है, कालगो बाणी है, ये अमृत रूप बाणी है, ये सच की बाणी है। ये रद्दी कीती जान वाली नहीं है। बाकियां नूं तां साइंसदानां ने नहीं रद्द कर दिता है। कहंदे अग पौड़ मारिया होया प्राण विच, आ सिमरती विच एवें मेरे आस है। गुरबाणी का एक लफ्ज भी किसी साइंसदान ने नहीं रद्दी किया है। ये गुरबाणी की खूबी है। वो तो कहते भी साड़ी तो इन्नी खोज ही नहीं है जिन्नी महाराज की बाणी विच खोज है। हाँ महाराज ने लिखा पाताला पाताल लख, आगासा आगास, भई लखां ही पताल लखां ही आकाश। ਇਹਨੂੰ ਕੋਈ ਰੱਦ ਕਰ ਸਕਦਾ? ਇਸੇ ਤਰ੍ਹਾਂ ਕਿਤੇ ਹਿੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ਼, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ਼। ਵਿਕਤ ਨਹੀਂ ਹੈ, ਬੇਅੰਤੀ ਹੈ। ਇਹ ਤਾਂ ਇੱਕ ਬ੍ਰਹਮੰਡ ਦੀ ਪੂਰੀ ਖੋਜ ਨਹੀਂ ਕਰ ਸਕੇ ਤੇ ਮਹਾਰਾਜ ਨੇ ਕਿਹਾ ਵੀ ਇਹ ਤਾਂ ਬੇਅੰਤੀ ਹੈ। ਫਿਰ ਉਹਦੇ ਬ੍ਰਹਮੰਡਾਂ ਵਿੱਚ ਕਹਿਣ ਵਾਲਿਆਂ ਦਾ ਵੀ ਕੋਈ ਅੰਤ ਹੈ। ਅੰਤ ਨ ਸਿਵਤੀ ਕਹਿ ਨਾ ਅੰਤ, ਅੰਤ ਨ ਕਰਨਾ ਦੇਣ ਨਾ ਅੰਤ, ਨ ਵੇਖਣ ਸੁਣਨਾ ਅੰਤ, ਨ ਜਾਪੀ ਕਿਆ ਮਨਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਬਾਰਾ ਵਾਰ, ਅੰਤ ਕਾਰਨ ਕੇਤੇ ਬਲਾਇ ਤਾਂ ਕਿ ਅੰਤ ਨ ਪਾਏ ਜਾਏ। ਇਹੋ ਅੰਤ ਨ ਜਾਣਾ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਹਾਂ ਬੇਅੰਤ ਬੇਅੰਤ ਵਾਹਿਗੁਰੂ ਦੀ ਜਿਹੜੀ ਉਹ ਕਹਿ ਦਿੱਤੀ ਹੈ। ਇਹ ਸਾਇੰਸਦਾਨ ਤਾਂ ਇੱਕ ਮਾੜਾ ਜਿਹਾ ਉਹ ਤੈਅ ਵੀ ਨਹੀਂ ਚੁੱਕ ਸਕੇ। ਬਾਕੀ ਕਹਿਣਾ ਤਾਂ ਕੀ ਹੈ, ਇੱਥੇ ਤਾਂ ਹੱਦ ਮਕਾਈ ਪਈ ਹੈ। ਹੋਰ ਇਸੇ ਤਰ੍ਹਾਂ ਫਿਰ ਪੰਜਾਂ ਖੰਡਾਂ ਦਾ ਵਰਣਨ ਹੈ। ਸਰਮ ਖੰਡ ਹੈ, ਕਰਮ ਖੰਡ ਹੈ, ਗਿਆਨ ਖੰਡ ਹੈ, ਧਰਮ ਖੰਡ ਹੈ, ਸੱਚ ਖੰਡ ਹੈ। ਉਹਨਾਂ ਸੰਬੰਧੀ ਜਿਹੜੇ ਕੋਈ ਵਹਿਮ ਜਿਹੜੇ ਸਾਇੰਸਦਾਨ ਕੀ ਅੰਦਾਜ਼ਾ ਲਾ ਕੇ ਉਹ ਦੱਸਣਗੇ, ਉਹਦੀ ਤਾਂ ਉਹਨਾਂ ਨੂੰ ਸੋਝਾ ਹੀ ਨਹੀਂ। ਇਹ ਸਾਰੇ ਪਰਮਾਰਥੀ ਲੋਕਾਂ ਵਾਸਤੇ ਗਿਆਨ ਵੀ ਭਾਈ ਇਹ ਅਵਸਥਾ ਹੈ ਧਰਮ ਖੰਡ ਦੀ, ਇਹ ਹੈ ਸਰਮ ਖੰਡ ਦੀ, ਹੈ ਕਰਮ ਖੰਡ ਦੀ, ਹੈ ਗਿਆਨ ਖੰਡ ਦੀ, ਹੈ ਸੱਚ ਖੰਡ ਦੀ, ਹੈ। ਇਸ ਤਰ੍ਹਾਂ ਹਰ ਪੱਖ ਤੋਂ ਜਿਹੜੀ ਗੁਰਬਾਣੀ ਹੈ ਉਹਦੇ ਇੱਕ ਲਫ਼ਜ਼ ਨੂੰ ਨਹੀਂ ਕੋਈ ਰੱਦ ਕਰ ਸਕਦਾ ਵੀ ਆਹ ਨਹੀਂ ਠੀਕ, ਆਹ ਨਹੀਂ ਠੀਕ।
ਉਹ ਨਾਰਦੀ ਕੀਤੀ ਜਾਣ ਵਾਲੀ ਹੈ ਤੁਰਕੀ ਬਾਣੀ। ਵਿਗਨ ਕਦਨ ਵਾਰੀ। ਫਿਰ ਜਿੰਨੇ ਵਿਗਨ ਹਨ ਉਹਨਾਂ ਨੂੰ ਕੱਟ ਦੇਣ ਵਾਲੀ ਹੈ। ਦਾਤੀ ਹੈ ਸ਼ਰਨ ਕੀ। ਜਿਹੜਾ ਗੁਰਬਾਣੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਭਾਵ ਜੋ ਗੁਰਬਾਣੀ ਨੂੰ ਮੱਥਾ ਟੇਕਦਾ, ਗੁਰਬਾਣੀਆਂ ਨੂੰ ਦੀਆਂ ਪਰਿਕਰਮਾ ਕਰਦਾ, ਦਾਤੀ ਹੈ ਸ਼ਰਨ ਕੀ। ਉਹਨੂੰ ਕਹਿੰਦੇ ਸਭ ਕੁਝ ਦੇਣ ਵਾਲੀ ਦਾਤੀ ਹੈ। ਆ ਜੋ ਗੁਰਬਾਣੀ ਦੀ ਸ਼ਰਨ ਆ ਜਾਂਦਾ ਹੈ, ਗੁਰਬਾਣੀ ਪੜ੍ਹਦਾ ਹੈ, ਸੁਣਦਾ ਹੈ, ਉਹਨੂੰ ਸਭ ਕੁਝ ਦੇ ਦਿੰਦੀ ਹੈ ਗੁਰਬਾਣੀ। ਉਹ ਦਾਤੀ ਹੈ ਸ਼ਰਨ ਦੀ। ਚੰਪਕ ਬਰਨ ਵਾਰੀ। ਇਹ ਚੰਪਕ ਬਰਨ ਵਾਰੀ। ਜਿਵੇਂ ਜੇ ਚੰਬੇ ਦਾ ਫੁੱਲ, ਉਹਦਾ ਰੰਗ ਬੜਾ ਉਜਲ ਹੁੰਦਾ ਹੈ। ਇਧਰ ਕਹਿੰਦੇ ਜਿਹੜਾ ਸਤੋ ਗੁਣ ਹੈ ਨਾ, ਇਹਦਾ ਰੰਗ ਵੀ ਉਜਲ ਹੀ ਮੰਨਿਆ ਹੈ। ਤਮੋ ਗੁਣ ਦਾ ਰੰਗ ਕਾਲਾ ਮੰਨਿਆ ਹੈ। ਰਜੋ ਗੁਣ ਦਾ ਰੰਗ ਲਾਲ ਮੰਨਿਆ ਹੈ। ਕਹਿੰਦੇ ਜਿਹੜਾ ਸਤੋ ਗੁਣ ਰੂਪੀ ਇਹ ਹੈ ਚੰਬਾ, ਇਸ ਦੀ ਕਹਿੰਦੇ ਉਜਲ, ਇਹਦੇ ਨਾਲੋਂ ਵੀ ਜਿਵੇਂ ਚੰਬੇ ਨਾਲੋਂ ਵੀ ਕਹਿੰਦੇ ਸਤੋ ਗੁਣ ਰੂਪ ਦੇ ਵਿੱਚ ਉਜਲ ਰੰਗ ਵਾਲੀ ਹੈ। ਕਵਿਤਾ ਬਰਨ ਵਾਰੀ। ਇਸ ਤਰ੍ਹਾਂ ਇਹਦੀ ਜਿਹੜੀ ਕਹਿੰਦੇ ਗੁਰਬਾਣੀ ਦੀ ਕਵਿਤਾ ਉਹ ਅੱਖਰਾਂ ਦੇ ਵਾਲੀ ਹੈ। ਭਾਵ ਜਿੰਨੇ ਵੀ ਇਹ ਗੁਰਬਾਣੀ ਵਿੱਚ ਅੱਖਰ ਹੈ ਉਹ ਕਵਿਤਾ ਵਿੱਚ ਕਥਨ ਕੀਤੇ ਹੈ, ਛੰਦਾਬੰਦੀ ਵਿੱਚ ਬਿਆਨ ਕੀਤੇ ਹੋਏ ਹੈ। ਜੇ ਕੋਈ ਕਹੇ ਵੀ ਇੱਥੇ ਛੰਦ ਛੁੰਤਾ ਕਿਤੇ ਲਿਖਿਆ ਨਹੀਂ, ਇੱਥੇ ਤਾਂ ਮਹੱਲਾ ਪੰਜਵਾਂ ਲਿਖਿਆ, ਰਾਗ ਲਿਖਿਆ ਹੈ। ਨਾ ਤੁਸੀਂ ਗੁਰਛੰਦ ਦਿਵਾਕਰ ਪੜ੍ਹ ਲਓ ਪੁਸਤਕ, ਉਹਦੇ ਵਿੱਚ ਸਾਰੇ ਗੁਰਬਾਣੀ ਵਿੱਚ ਜਿਹੜੇ ਛੰਦ ਆਏ ਹੈ ਥੋੜਾ ਥੋੜਾ ਨਿਰਣਾ ਹੈ। ਜਿਵੇਂ 52 ਅੱਖਰੀ ਹੈ ਲਿਖਿਆ ਤਾਂ ਉੱਥੇ ਪੌੜੀ ਹੈ, ਪਰ ਉਹ ਵੀ ਕਿਹੜੀ ਪੌੜੀ ਹੈ, ਕਿਹੜੇ ਛੰਦ ਦੇ ਵਿੱਚ ਹੈ। ਕਿਤੇ ਉਹ ਪੌੜੀ ਅਲਿਲ ਛੰਦ ਵਿੱਚ ਹੈ, ਉਹੀ ਪੌੜੀ ਦੋਹਰੇ ਛੰਦ ਵਿੱਚ ਹੈ, ਉਹੀ ਪੌੜੀ ਛਪੈ ਛੰਦ ਵਿੱਚ ਹੈ, ਤੇ ਉਹੀ ਛੰਦ ਜਿਹੜੀ ਪੌੜੀ ਹੈ ਇਸ ਤਰ੍ਹਾਂ ਚੌਪੀ ਛੰਦ ਵਿੱਚ ਹੈ ਪੌੜੀ, ਪਰ ਅੱਡੋ ਅੱਡੀ ਛੰਦਾਂ ਵਿੱਚ ਹੈ ਸਾਰੀਆਂ। ਜਦੋਂ ਉਹਦੀਆਂ ਤੁਸੀਂ ਲਗਾ ਮਾਤਰਾ ਗਿਣੋਗੇ ਨਾ, ਫੇਰ ਤੁਹਾਡਾ ਨਿਰਣਾ ਹੋ ਜਾਓ ਵੀ ਹਾਂ ਇਹ ਚੌਪੀ ਛੰਦ ਵਿੱਚ ਪੌੜੀ ਹੈ, ਅੜਿਲ ਛੰਦ ਵਿੱਚ ਹੈ, ਆਹ ਦੋਹਰੇ ਛੰਦ ਵਿੱਚ ਹੈ, ਆਹ ਛਪੇ ਛੰਦ ਵਿੱਚ ਹੈ। ਇਸ ਤਰ੍ਹਾਂ ਕਹਿੰਦੇ ਜਿੰਨੀ ਵੀ ਇਹ ਗੁਰਬਾਣੀ ਹੈ, ਇਹਦੇ ਜਿੰਨੇ ਅੱਖਰ ਹੈ ਸਾਰੇ ਕਹਿੰਦੇ ਕਵਿਤਾ ਰੂਪ ਵਿੱਚ ਹੈ, ਵਾਰਤਕ ਰੂਪ ਵਿੱਚ ਨਹੀਂ ਹੈ। ਸਾਰੀ ਜਿਹੜੀ ਬਾਣੀ ਦੇ ਅੱਖਰ ਹੈ ਉਹ ਕਵਿਤਾ ਰੂਪ ਵਿੱਚ ਕਥਨ ਕੀਤੇ ਗਏ ਹਨ। ਸੋਸ਼ਟ ਬਰਨ ਵਾਰੀ। ਸੋਸ਼ਟ ਬਰਨ ਵਾਰੀ। ਇਸ ਤਰ੍ਹਾਂ ਕਹਿੰਦੇ ਸੋਸ਼ਟ ਨੂੰ ਸ੍ਰੇਸ਼ਟ ਦਾ ਹੁੰਦਾ ਹੈ। ਸੋਸ਼ਟ ਕੀ ਜਿਹੜੇ ਸ੍ਰੇਸ਼ਟ ਬਰ ਹੈ ਉਹਨਾਂ ਨੂੰ ਕਹਿੰਦੇ ਇਹ ਦੇਣ ਵਾਲੀ ਹੈ। ਜਿਹੜੇ ਗੁਰਬਾਣੀ ਨੂੰ ਮਨ ਚਿਤ ਲਾ ਕੇ ਪੜ੍ਹਦੇ ਆ ਉਹਨਾਂ ਨੂੰ ਸ੍ਰੇਸ਼ਟ ਬਰ ਦੇ ਦਿੰਦੀ ਹੈ। ਜੋ ਚਾਹੁੰਦੀ ਉਹੀ ਬਖਸ਼ਿਸ਼ ਕਰ ਦਿੰਦੀ ਹੈ। ਕਿ ਰੋਗਾਂ ਦੀ ਉਹ ਨਿਵਰਤੀ ਵਾਸਤੇ ਗੁਰਬਾਣੀ ਨੂੰ ਪੜ੍ਹਦੇ ਉਹਨਾਂ ਦੇ ਰੋਗ ਦੂਰ ਹੋ ਜਾਂਦੇ। ਕਈ ਆ ਧਨ ਪਦਾਰਥ ਵਾਸਤੇ ਬਾਣੀ ਨੂੰ ਜਾਪ ਕਰ ਲੈਂਦੇ, ਉਹਨਾਂ ਦੇ ਕੋਲ ਧਨ ਪਦਾਰਥ ਆ ਜਾਂਦੇ। ਇਸ ਤਰ੍ਹਾਂ ਕਹਿੰਦੇ ਇਸ ਜਿਹੜੀ ਸ੍ਰੇਸ਼ਟ ਹੈ ਨਾ ਉਹਨੂੰ ਬਖਸ਼ਣ ਵਾਲੀ ਹੈ, ਬਰਾਂ ਨੂੰ ਦੇਣ ਵਾਲੀ ਹੈ। ਉਰਮੇ ਧਰਨ ਕੀ। ਫਿਰ ਹਿਰਦੇ ਵਿੱਚ ਕਹਿੰਦੇ ਗੁਰਬਾਣੀ ਧਾਰਨ ਯੋਗ ਹੈ। ਹੋਰ ਭਾਵੇਂ ਅਸੀਂ ਕੱਚੀ ਬਾਣੀ ਛੱਡ ਦਈਏ, ਪਰ ਜਿਹੜੀ ਧੁਰਕੀ ਬਾਣੀ ਹੈ ਹਿਰਦੇ ਦੇ ਵਿੱਚ ਧਾਰਨ ਯੋਗ ਹੈ। ਕੁੰਡਲ ਕਰਨ ਵਾਰੀ। ਕੁੰਡਲ ਕਰਨ ਵਾਰੀ। ਇਸ ਤਰ੍ਹਾਂ ਜਿਹੜਾ ਮਨ ਰੂਪੀ ਕਹਿੰਦੇ ਉਹ ਕੰਨ ਹੈ ਨਾ, ਜਿਹੜਾ ਮਨ ਰੂਪੀ ਕਹਿੰਦੇ ਕੰਨ ਹੈ, ਉਹਨੂੰ ਕਹਿੰਦੇ ਕੰਮ ਕਰਨ ਵਾਲੀ, ਅਭਿਆਸ ਰੂਪੀ ਕੁੰਡਲ ਵਿੱਚ ਕਰਨ ਵਾਲੀ ਹੈ।
ਆ ਜਿਹੜਾ ਮਨ ਹੈ ਨਾ ਉਹਦਾ ਅਭਿਆਸ ਵਿੱਚ ਪਾ ਦੇਣ ਵਾਲੀ ਹੈ। ਜਿਵੇਂ ਕੰਨ ਦੇ ਵਿੱਚ ਕੋਈ ਕੁੰਡਲ ਪਾਇਆ ਹੋਇਆ, ਕੰਨ ਵਿੰਨਿਆ ਹੁੰਦਾ, ਉਹ ਮਨ ਰੂਪੀ ਜਿਹੜਾ ਕੰਨ ਹੈ ਨਾ ਉਹਨੂੰ ਕੁੰਡਲਵਾ ਕਰ ਦੇਣ ਵਾਲੀ ਹੈ, ਬੜੇ ਅਭਿਆਸ ਸਹਿਤ ਕਰ ਦੇਣ ਵਾਲੀ ਹੈ। ਸੋ ਮਤ ਕਰਨ ਵਾਰੀ। ਇਸ ਤਰ੍ਹਾਂ ਜਿਹੜੀ ਸ੍ਰੇਸ਼ਟ ਮੱਤ ਹੈ ਨਾ, ਆਤਮ ਵਿਸ਼ੈਣੀ ਮੱਤ ਹੈ, ਉਹਨੂੰ ਬਖਸ਼ਿਸ਼ ਕਰ ਦੇਣ ਵਾਲੀ ਹੈ। ਜਿਹੜੀ ਮੰਦ ਮੁੱਧੀ ਉਹਨੂੰ ਨਸ਼ਟ ਕਰ ਦੇਣ ਵਾਲੀ ਹੈ। ਮਨੁੱਖ ਨੂੰ ਸ੍ਰੇਸ਼ਟ ਮੱਤ ਬਖਸ਼ ਕੇ ਸਿਆਣਾ ਬਣਾ ਦੇਣ ਵਾਲੀ ਹੈ। ਕਮਲ ਕਰਨ ਵਾਰੀ। ਇਸ ਤਰ੍ਹਾਂ ਕੰਤਰ ਕਮਲ ਕਰਨ ਵਾਰੀ। ਕਮਲ, ਹਾਂ ਕਮਲ ਜੇ ਉਜਲ ਹੁੰਦਾ ਨਾ, ਕਮਲ ਇਸ ਤਰ੍ਹਾਂ ਕਹਿੰਦੇ ਮਨ ਨੂੰ ਕਮਲ ਦੇ ਵਾਂਗ ਕਹਿੰਦੇ ਉਜਲ ਕਰ ਦੇਣੀ ਹੈ। ਜਿਵੇਂ ਕਮਲ ਖਿੜਿਆ ਹੁੰਦਾ ਹੈ, ਹੁਣ ਮਨ ਨੂੰ ਕਹਿੰਦੇ ਕਮਲ ਵਾਂਗੂ ਖੜਾ ਦੇਣ ਵਾਲੀ ਹੈ। ਗਤੀ ਹੈ ਕਰਨ ਕੀ। ਫਿਰ ਜਿਹੜੇ ਕਹਿੰਦੇ ਗੁਰਬਾਣੀ ਦੀ ਸ਼ਰਨ ਵਿੱਚ ਆ ਜਾਂਦੇ, ਉਹਨਾਂ ਦੀ ਇਹ ਗੁਰਬਾਣੀ ਮੁਕਤੀ ਕਰਨ ਵਾਲੀ ਹੈ। ਲੋਚਨ ਹਰਨ ਵਾਰੀ। ਇਹ ਨੇਤਰ ਇੱਕ ਤਾਂ ਬਾਹਜ ਹੈ ਨਾ, ਇੱਕ ਅੰਤਰੀਵ ਹੈ। ਜਿਵੇਂ ਕਬੀਰ ਜੀ ਨੇ ਕਿਹਾ, ਦੋਏ ਦੋਏ ਲੋਚਨ ਪੇਖਾਂ, ਹਰ ਬਿਨ ਆਰ ਨਾ ਦੇਖਾਂ। ਕਹਿੰਦੇ ਦੋ ਤੇ ਦੋ, ਚੌਂ ਨੇਤਰਾਂ ਨਾਲ ਮੈਂ ਵੇਖਦਾ, ਬਾਹਰਲੇ ਨਾਲ ਵੀ। ਵਾਹਿਗੁਰੂ ਨੂੰ ਦੋਨਾਂ ਨੂੰ ਮੈਂ ਦੇਖਦਾ, ਜਿੱਧਰ ਕਿੱਧਰ ਉਹਦੇ ਵੀ ਉਸੇ ਦੀ ਸਤਾ ਸਵਰਤੀ ਹੈ। ਤੇ ਅੰਦਰ ਝਾਤੀ ਮਾਰ ਕੇ ਦੇਖਦਾ, ਮਨ ਬੁੱਧ ਨੇਤਰਾਂ ਨਾਲ ਅੰਦਰ ਵੀ ਵਾਹਿਗੁਰੂ ਵੇਖਦਾ ਹਾਂ। ਇਹ ਸਰੀਰ ਦੇ ਅੰਦਰ ਵੀ ਉਹੀ ਬੈਠਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਅਸੀਂ ਤਾਂ ਡਾਕਟਰਾਂ ਰਾਹੀਂ ਸਰੀਰ ਦੀ ਪਛਾਣ ਕਰਾਵਾਂਗੇ, ਉਹ ਕਹਿਣਗੇ ਵੀ ਇੰਨੀਆਂ ਹੱਡੀਆਂ, ਇੰਨੇ ਹੱਡ, ਇੰਨਾ ਕੁ ਖੂਨ ਹੈ ਇਹਦੇ ਵਿੱਚ, ਇਹ ਘੱਟ ਵੱਧ ਦੱਸ ਦੇਣਗੇ, ਜਾਂ ਬਾਕੀ ਚੈੱਕ ਕਰਕੇ ਦੇ ਦੇਣਗੇ ਵੀ ਆਹ ਚੀਜ਼ ਦੀ ਘਾਟ ਹੈ, ਵਿਟਾਮਿਨ ਡੀ ਦੀ ਹੈ, ਵਿਟਾਮਿਨ ਸੀ ਦੀ ਹੈ, ਵਿਟਾਮਿਨ ਏ ਦੀ ਹੈ ਜੀ, ਆਹ ਹੈ ਜੀ। ਬਾਕੀ ਨਹੀਂ ਉਹ ਕੁਛ ਦੱਸ ਸਕਦੇ। ਇਹ ਗੁਰਬਾਣੀ ਕਹਿੰਦੇ ਅੰਦਰ ਜਿਹੜਾ ਹੈ ਨਾ, ਉਹਨੂੰ ਵੀ ਇਹ ਦਰਸਾ ਦੇਣ ਵਾਲੀ ਹੈ। ਫਿਰ ਪੜੋ ਪੰਗਤੀ ਲੋਚਨ ਹਰਨ ਵਾਰੀ। ਹਾਂ, ਮਨ ਤੇ ਬੁੱਧ ਜਿਹੜੇ ਨੇਤਰ ਹਨ, ਉਹਨਾਂ ਨੂੰ ਕਹਿੰਦੇ ਜਿਹੜੀ ਮਨ ਬੁੱਧ ਨੇਤਰਾਂ ਵਿੱਚ ਕੋਈ ਮਾੜੀ ਜਗ੍ਹਾ ਹੈ, ਉਹਨੂੰ ਹਰਨ ਵਾਲੀ, ਨਾਸ ਕਰ ਦੇਣ ਵਾਲੀ ਹੈ। ਇਸੇ ਤਰ੍ਹਾਂ ਵਾਹਿਗੁਰੂ ਨੂੰ ਕਹਿੰਦੇ ਹਰ ਪਾਸੇ ਨੇਤਰਾਂ ਨੂੰ ਦਿਖਾ ਕੇ ਫਿਰ ਸੰਸਾਰ ਵੱਲੋਂ ਕਹਿੰਦੇ ਚਿਰਾ ਦੇਣ ਵਾਲੀ ਹੈ। ਜਦੋਂ ਵਾਹਿਗੁਰੂ ਨੂੰ ਮਨਬੁੱਧ ਨੇਤਰਾਂ ਨਾਲ ਕੋਈ ਦੇਖਦਾ ਹੈ, ਫਿਰ ਉਹ ਬਾਹਰ ਉਹ ਦੇਖਣ ਨੂੰ ਉਹਦਾ ਜੀ ਨਹੀਂ ਕਰਦਾ। ਉਹ ਜਿਹੜੇ ਬਾਹਰਲੇ ਨੇਤਰਾਂ ਨੂੰ ਉਹਨੂੰ ਨਾਸ ਕਰ ਦੇਣ ਵਾਲੀ ਹੈ। ਅੰਦਰਲੇ ਜਿਹੜੇ ਕਹਿੰਦੇ ਮਨਬੁੱਧ ਨੇਤਰ ਹਨ, ਉਹਨਾਂ ਦੇ ਅੰਦਰ ਵਿਚਾਰ ਰੂਪੀ ਜਿਹੜੀ ਨਿਗਾਹ ਹੈ, ਉਹਨੂੰ ਬਖਸ਼ਿਸ਼ ਕਰ ਦੇਣ ਵਾਲੀ ਹੈ। ਧਰਨ ਅਰਨ ਵਾਰੀ। ਹਾਂ, ਜਿਹੜੇ ਕੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਬੈਰੀ ਹੈ, ਇਹ ਸਾਰਿਆਂ ਨੂੰ ਕਹਿੰਦੇ ਜਿਹੜੀ ਗੁਰਬਾਣੀ ਹੈ ਦਲ ਦੇਣ ਵਾਲੀ ਹੈ। ਦੋਸ਼ਨ ਹਰਨ ਵਾਰੀ। ਹੋਰ ਜਿਹੜੇ ਕੋਈ ਜੀਵ ਨੇ ਤਰ੍ਹਾਂ ਤਰ੍ਹਾਂ ਦੇ ਔਗਣ ਗੁਨਾਹ ਕੀਤੇ ਹੁੰਦੇ ਹੈ, ਜਿਹੜਾ ਬਾਣੀ ਪੜ੍ਹਨ ਲੱਗ ਜਾਂਦਾ ਹੈ, ਉਹਦੇ ਦੋਸ਼ਾਂ ਨੂੰ ਕਹਿੰਦੇ ਨਾਸ ਕਰ ਦੇਣ ਵਾਲੀ ਬਾਣੀ ਹੈ। ਮਹਿਮਾ ਚਰਨ ਕੀ। ਇਹ ਗੁਰਬਾਣੀ ਦੇ ਜਿਹੜੇ ਸ਼ਬਦ ਰੂਪ ਵਿਚਰਨਾ, ਉਹਦੀ ਇਹ ਮਹਿਮਾ ਹੈ। ਇੱਕ ਤਾਂ ਹੈ ਨਾ ਪ੍ਰਤੱਖ ਗੁਰੂ ਦੇ ਚਰਨ, ਇੱਕ ਆ ਬਾਣੀ ਦੇ ਸ਼ਬਦ, ਇਹ ਚਰਨ ਹੈ। ਇਸੇ ਕਰਕੇ ਕਿਹਾ ਹਿਰਦਾ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਇਹ ਜਿਹੜੇ ਗੁਰਬਾਣੀ ਦੇ ਸ਼ਬਦ ਹੈ, ਇਹ ਕਹਿੰਦੇ ਸ਼ਬਦ ਸਤਿਗੁਰੂ ਦੇ ਚਰਨ ਹੈ ਬਾਣੀ ਰੂਪ ਵਿੱਚ। ਇਹਨਾਂ ਰੂਰੇ ਰੂਪ ਪੱਲੇ ਵਿੱਚ ਅਸੀਂ ਕਹਿੰਦੇ ਬੰਨ੍ਹ ਲਿਆ, ਹਿਰਦੇ ਵਿੱਚ ਇਹਨਾਂ ਨੂੰ ਅੰਦਰ ਵਸਾ ਲਿਆ, ਧਾਰਨ ਕਰ ਲਿਆ ਹੈ। ਉਹ ਕਈ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਚਰਨ ਕਿਹੜੇ ਹੈ? ਬਾਕੀ ਸ੍ਰੀ ਜਿਹੜੀਆਂ ਲੰਮੀਆਂ ਲੰਮੀਆਂ ਪੰਗਤੀਆਂ ਹਨ, ਲੰਮੇ ਲੰਮੇ ਸ਼ਬਦ ਹੈ, ਉਹ ਡੋਡੀ ਸਾਰਾ ਵਿਦਵਾਨਾਂ ਨੇ ਕਥਨ ਕੀਤਾ। ਸਰੀਰ ਰੂਪ ਵਿੱਚ ਵੀ
ਉਹ ਜਦੋਂ ਇੱਧਰ ਅਸੀਂ ਚੱਲ ਜਾਵਾਂਗੇ ਵਿਦਵਾਨ ਦੱਸ ਦੇਣਗੇ ਵੀ ਆ ਜਿਹੜੀਆਂ ਤੁਕਾਂ ਆ ਅਸੀਆਂ ਇਹ ਨਾੜੀਆਂ ਹਨ, ਆ ਨਿਤਰ ਹੈ, ਆ ਬੁੱਧ ਹੈ, ਅੰਤःਕਰਣ ਹੈ, ਆ ਚਿੱਤ ਹੈ, ਅਹੰਕਾਰ ਹੈ, ਆ ਮੁਖ ਹੈ, ਆ ਸੀਸ ਹੈ, ਆ ਹੱਥ ਹੈ, ਆ ਪੈਰ ਹੈ। ਗੁਰਬਾਣੀ ਰੂਪ ਸਤਿਗੁਰੂ ਦੇ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਰੋਮ ਰੋਮ ਅੱਖਰ ਮੋਇ ਲਓ ਬਾਦ ਯਥਾਰ ਤੁਮ ਸੋ ਕਹੋ। ਕਿ ਗੁਰਬਾਣੀ ਦੇ ਜਿਹੜੇ ਅੱਖਰ ਹੈ ਨਾ, ਇਹ ਸਾਡੇ ਕਹਿੰਦੇ ਰੋਮ ਰੋਮ ਇੱਕ ਇੱਕ ਰੋਮ ਰੋਮ ਜਾਣ ਲਓ। ਸਾਡੇ ਵਾਲ ਹੈ ਸਰੀਰ ਦੇ, ਕੇਸ ਦਾੜੇ ਆਦਿਕ ਦੇ, ਇਹ ਤੁਹਾਨੂੰ ਅਸੀਂ ਯਥਾਰਥ ਵਚਨ ਕਹਿ ਰਹੇ ਹਾਂ। ਸਾਡੇ ਵਿੱਚ ਤੇ ਗੁਰਬਾਣੀ ਵਿੱਚ ਕੋਈ ਫਰਕ ਨਹੀਂ ਹੈ। ਸਾਡਾ ਸਰੂਪ ਹੈ ਗੁਰਬਾਣੀ। तीन रूप है मोह को सुनो नंद चित लाए, सरगुण निर्गुण गुर शब्द कहो तो है समझाए। उसे भाव नाले थे कवि जी कह रहे, फिर पढ़ो पंक्ति। ਮਹਿਮਾ ਚਰਨ ਕੀ ਇਹ ਗੁਰਬਾਣੀ ਦੇ ਸ਼ਬਦ ਰੂਪ ਚਰਨਾਂ ਦੀ ਐਸੀ ਮਹਿਮਾ ਹੈ, ਜਿਹੜਾ ਪੜ੍ਹਦਾ ਹੈ ਉਹਦੇ ਬਾਹਰਲੇ ਬੈਰੀ ਵੀ ਕਾਮਾਦਿਕ ਬੈਰੀਆਂ ਨੂੰ ਵੀ ਦਲ ਦਿੰਦੀ ਹੈ। ਦੋਹਰਾ ਭਵਾ ਭੈ ਹਰਾ ਭਾਵ ਭਰੀ। ਫਿਰ ਭਵਾ ਕਲਿਆਣ ਸਰੂਪ ਹੈ ਗੁਰਬਾਣੀ, ਜਾਣੀ ਕਲਿਆਣ ਕਰ ਦੇਣ ਵਾਲੀ ਹੈ। ਜਿਹਦੀ ਕੋਈ ਕਲਿਆਣ ਨਹੀਂ ਹੁੰਦੀ, ਉਹਦੇ ਨਿमित्त ਕੋਈ ਸਹਿਜ ਪਾਠ ਜਾਂ ਅਖੰਡ ਪਾਠ ਜਾਂ ਸੰਪੜ ਸੋਤਾ ਕਰਾ ਦੇਵੇ ਤੇ ਉਹਦੀ ਵਿਚਾਰੇ ਭੜਕਦੀ ਰੂਹ ਦੀ ਕਲਿਆਣ ਹੋ ਜਾਂਦੀ ਹੈ। ਕਈ ਤਾਂ ਦੱਸ ਵੀ ਜਾਂਦੇ ਵੀ ਮੇਰੀ ਕਲਿਆਣ ਹੋ ਗਈ। ਇੱਥੇ ਮਲਕ ਚੀਵ ਨੇ ਇੱਕ ਵਾਰੀ ਸੰਤ ਗਿਆਨੀ ਮੋਹਨ ਸਿੰਘ ਜੀ ਨੇ ਸ਼੍ਰੀ ਅਖੰਡ ਪਾਠ ਮਰਜ਼ਾਦਾ ਸਹਿਤ ਉਹ ਕਰਵਾਇਆ ਸੀ। ਡਿਊਟੀ ਮੇਰੀ ਉੱਥੇ ਲਾਈ ਸੀ। ਸਾਰੇ ਉਹਨਾਂ ਨੇ ਦੱਸ ਦਿੱਤੀ ਮਰਜ਼ਾਦਾ ਵੀ ਕਿਉਂ ਕਰਨਾ ਹੈ। ਉਹ ਕਰੇ ਆ ਜਿਹੜਾ ਕੋਈ ਮੰਡੀਆਂ ਮੁੰਡੀਆਂ ਚ ਲਾਉਂਦੇ ਹੁੰਦੇ ਨੇ ਭਾਅ ਪੂਜੇ ਇੰਸਪੈਕਟਰ, ਉਹਦੇ ਘਰੇ ਸੀ ਬਜ਼ੁਰਗ ਕੋਈ ਗਿਆਨੀ ਸੀ, ਸ਼ਰਾਬ ਪੀ ਲੈਂਦਾ ਸੀ, ਨਾਲੇ ਕਥਾ ਕਰਦਾ ਹੁੰਦਾ, ਨਾਲੇ 5 ਪਿਆਰਿਆਂ ਚ ਲੱਗ ਜਾਂਦਾ। ਫਿਰ ਉਹ ਮਿੱਟੀ ਦਾ ਤੇਲ ਪਾ ਕੇ ਆਪੇ ਸੜ ਮੱਚ ਗਿਆ ਸੀ ਤੇ ਉਹ ਹੁਣ ਭਟਕਦਾ ਸੀ। ਇਹ ਫਿਰ ਪੁੱਤ ਨੂੰ ਤੰਗ ਕਰਦਾ ਸੀ, ਮੇਰੀ ਕਲਿਆਣ ਕਰਾ। ਨਾਲੇ ਸਪਸ਼ਟ ਹੀ ਕਹਿੰਦਾ ਸੀ ਵੀ ਉੱਥੇ ਪਿੰਡਰੀ ਲਿਜਾ ਮੈਨੂੰ। ਉੱਥੇ ਫਿਰ ਉਹ ਸੁਤੇ ਸਿੱਧੀ ਕਿਤੇ ਉਹ ਕਿਸੇ ਤੋਂ ਗਿਆ ਤੇ ਮਹਾਂਪੁਰਸ਼ਾਂ ਨੇ ਹੁਣ ਨਿਗਾਹ ਖੁੱਲੀ ਸੀ, ਕਹਿੰਦੇ ਵੀ ਆ ਬਈ ਭਗਤਾ। ਕਹਿੰਦਾ ਮਹਾਰਾਜ ਮੈਨੂੰ ਭਗਤ ਨਾ ਕਹੋ, ਮੈਂ ਭਗਤ ਨਹੀਂ, ਮੈਂ ਤਾਂ ਬਹੁਤ ਵੱਡਾ ਪਾਪੀ ਗੁਨਾਹੀ ਹੈ। ਮੈਂ ਤਾਂ ਤੁਹਾਡੇ ਸ਼ਰਨ ਹੈ ਵੀ ਮੇਰੀ ਕਲਿਆਣ ਕਰਾ ਦਿਓ ਇਹਨੂੰ ਕਹਿ ਕੇ। ਚਲੋ ਇਸ ਤਰ੍ਹਾਂ ਉਹ ਸੁਦੇ ਸਿੱਧ ਮਹਾਂਪੁਰਸ਼ਾਂ ਦਾ ਮੌਜ ਹੁੰਦੀ ਹੈ। ਕਹਿੰਦੇ ਇੱਥੇ ਆ ਜਾਂਦੇ ਮੂੰਹ ਚੁੱਕ ਕੇ ਵੀ ਸਾਨੂੰ ਆਇਆ ਦੁੱਖ ਹੈ, ਕੋਈ ਸੇਵਾ ਸੁਵਾ ਕਰਨ ਨੂੰ ਕਰਕੇ ਰਾਜੀ ਨਹੀਂ ਹੈ, ਡੱਕਾ ਤੋੜ ਕੇ ਰਾਜੀ ਨਹੀਂ ਹੈ। ਉਹ ਕਹਿੰਦੇ ਐਂ ਕਰ ਦਿਓ, ਜੇ ਵੇ ਕੋਈ ਕਰਨਾ ਕਰੋ ਨਾ ਉੱਥੇ ਭਾਂਡੇ ਮਾਂਜ। ਉਹਨੂੰ ਹੁਣ ਦੁੱਖ ਸੀ, ਜਿਹਨੂੰ ਤੰਗ ਕਰਦਾ ਉਹਨੇ ਆਪੇ ਭਾਂਡੇ ਮਾਂਜਣੇ। ਉਹ ਸੁਸਨੀ ਜੀ ਪੈਂਟ ਜੀ ਲਾ ਕੇ ਪਰੇ ਮਾਰੀ, ਉਹਦੇ ਬਹਿ ਗਿਆ ਆਸੇ ਭਾਂਡੇ ਮਾਂਜਣ। 2 ਦਿਨ 3 ਦਿਨ ਦੇਖਿਆ, ਕਹਿੰਦੇ ਵੀ ਭੱਜ ਕੇ। ਮੈਂ ਤਾਂ ਆਖਿਆ ਜੀ ਭਾਜੂ ਕਿਹੜਾ ਭਾਂਡੇ ਮਾਂਜੂ ਇੰਸਪੈਕਟਰ ਹੋ ਕੇ। ਫਿਰ ਉਹ ਕਹਿੰਦੇ ਵੀ ਇਸ ਤਰ੍ਹਾਂ ਕਰ ਲਓ। ਤੇ ਉਹ ਜਿਵੇਂ ਉਹ ਵਿਧੀ ਨਾਲ ਕੀਤਾ ਤੇ 3 ਵਜੇ ਉਹਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਵੀ ਮੇਰੀ ਕਲਿਆਣ ਹੋ ਗਈ ਹੈ। ਹੁਣ ਜਦੋਂ ਗ੍ਰੰਥੀ ਸਾਹਿਬਾਨ ਅਖੰਡ ਪਾਠ ਦਾ ਭੋਗ ਪਾਉਣ, ਜਦੋਂ ਪ੍ਰਸ਼ਾਦ ਵਰਤਾਉਣ, 5 ਪਿਆਰਿਆਂ ਨੂੰ ਭੋਗ ਲਾ ਕੇ ਤੇ ਫਿਰ ਇੱਥੇ ਕੌਲੀ ਚ ਰੱਖ ਦੇਣ, ਮੈਂ ਛਕ ਕੇ ਜਾਣਾ ਹੈ। ਇਸ ਤਰ੍ਹਾਂ ਉਹ ਫਿਰ ਸਾਰਾ ਕੁਝ ਕਰਾਇਆ। ਉਹ ਛਕਾ ਕੇ ਵੇਖ ਲੋ ਚਲਿਆ ਗਿਆ। ਹੁਣ ਕੋਈ ਮੰਨਦਾ? ਮਾਤਰਾ ਨੇ ਦੇਖਿਆ, ਮਾਤਰਾ ਰਾਹੀਂ ਸਾਰਾ ਹੋਇਆ ਗੁਰਬਾਣੀ ਰਾਹੀਂ ਹੈ ਵੀ ਇਹਨੇ ਕਲਿਆਣ ਕੀਤੀ ਹੈ। ਇਹ ਜਿਹੜੇ ਕੋਈ ਭਟਕ ਰਹੇ ਹੈ ਨਾ, ਜਦੋਂ ਇਹ ਬਾਕੀ ਨਹੀਂ ਇਹਨਾਂ ਦੀ, ਬਾਕੀ ਤਾਂ ਜਿਹੜੇ ਬਾਬੇ ਬੁੱਬੇ ਜੇ ਬਣੇ ਫਿਰਦੇ ਨਾ ਐਵੇਂ ਹੀ ਹੁੰਦੇ, 2-4 ਮਿੰਟ ਦੇ ਰੁਪਈਏ ਲੈਣ ਵਾਲੇ। ਇਹ ਗੁਰਬਾਣੀ ਹੈ ਜਿਹੜਾ ਕੋਈ ਇਹਦੇ
ਉਹਦੇ ਨਿਵਿਤ ਪੜ੍ਹ ਦਿੰਦਾ ਐਨ ਮਰਜ਼ਾਦਾ ਅਨੁਸਾਰ। ਉਸ ਵੇਲੇ ਤਾਂ ਐਨ ਪ੍ਰਤੱਖ ਕਲਾ ਵਰਤਦੀ ਹੈ। ਗੁਰੂ ਕਾਸ਼ੀ ਦਾ ਨਵਾਂ ਸਾਹਿਬ ਵੀ ਇੱਕ ਦਾਸ ਰਹਿ ਰਿਹਾ ਸੀ, ਉੱਥੇ ਵੀ ਇੱਕ ਐਸਾ ਪ੍ਰਤੱਖ ਹੀ ਦੇਖਣ ਵਿੱਚ ਆਇਆ। ਉਹ ਧਨੌਲੇ ਦੀ ਇੱਕ ਲੜਕੀ ਸੀ, ਉਹਦੇ ਵਿੱਚੋਂ ਕੋਈ ਆਉਂਦਾ ਜਾਂਦਾ ਸੀ। ਉਸਨੇ ਆਪੇ ਕਿਹਾ ਵੀ ਮਸਤੂਆਣੇ ਤੋਂ ਤੁਸੀਂ ਗ੍ਰੰਥੀ ਸਾਹਿਬਾਨ ਲੈ ਕੇ ਆਓ, ਮਰਜ਼ਾਦਾ ਨਾ ਆਓ, ਅਖੰਡ ਪਾਠ ਕਰਾਓ। ਤੇ ਇੰਨਾ ਹੈ ਵੀ ਸਾਰੇ ਗ੍ਰੰਥੀਆਂ ਨੂੰ ਪੁੱਛ ਪੜਤਾਲ ਕਰ ਲੈਣੀ ਵੀ ਕੋਈ ਸ਼ਰਾਬ ਤੇ ਮਾਸ ਜਾਂ ਹੋਰ ਕੋਈ ਨਸ਼ਾ ਨਾ ਉਹ ਵਰਤਦਾ ਹੋਵੇ, ਇਹ ਲਿਆਉਣਾ। ਤੇ ਉਹ ਇਸ ਤਰ੍ਹਾਂ ਗ੍ਰੰਥੀ ਸਾਹਿਬਾਨਾਂ ਨੂੰ ਪੁੱਛ ਪੜਤਾਲ ਕਰਕੇ ਲੈ ਗਏ। ਇੱਕ ਮੇਰੇ ਕੋਲ ਸਿੰਘ ਰਹਿੰਦਾ ਹੁੰਦਾ ਸੀ, ਮੁਖਤਿਆਰ ਸਿੰਘ, ਇੱਧਰ ਫਿਰੋਜ਼ਪੁਰ ਦਾ ਸੀ। ਤੇ ਉਹ ਕਿਤੇ ਨਿਹੰਗਾ ਸਿੰਘਾਂ ਦੇ ਗੱਫੇ ਲਾਉਣ ਲੱਗ ਗਿਆ, ਮੂੰਗਾ ਖਾਣ ਲੱਗ ਗਿਆ। ਉਹ ਮੈਂ ਕਿਤੇ ਸੁੱਤੇ 12 ਵਜੇ ਸ਼ਿਕਰਿਆ ਕਰਨ ਲੱਗਿਆ ਤੇ ਦੇਖਿਆ ਨਾ ਮੈਨੂੰ। ਮੈਂ ਕਿਹਾ ਕਿੱਥੇ ਗਿਆ? ਇੱਕ ਦੋ ਵਾਰੀ ਫੇਰ ਦੇਖਿਆ। ਮੈਂ ਕਿਹਾ ਵੀ ਉਹ 12 ਵਜੇ ਨਗਾਰਾ ਵਜਾਉਂਦੇ ਮੂੰਗਾ ਖਾਣ ਜਾਂਦਾ। ਉਹ ਫਿਰ ਮੈਂ ਉਹਨੂੰ ਕਿਸੇ ਢੰਗ ਨਾਲ ਪਾਸੇ ਕਰ ਦਿੱਤਾ ਤੇ ਉਹਨੂੰ ਉਹ ਬਿਨਾਂ ਪੁੱਛੇ ਤੋਂ ਨਾਲ ਲੈ ਗਏ ਮੂੰਗੇ ਖਾਣੇ ਨੂੰ, ਮਾਸ ਖਾਣੇ ਨੂੰ। ਇੱਕ ਹੋਰ ਸੀ, ਉਹ ਕਿਤੇ ਘਰ ਘੁਰ ਜਾ ਕੇ ਸ਼ਰਾਬ ਸ਼ੁਰੂ ਕਿਤੇ ਪੀ ਲੈਂਦਾ ਸੀ, ਉਂਝ ਨਹੀਂ ਪੀਂਦਾ ਸੀ, ਘਰੇ ਉਹ ਪਿਆ ਪੂ ਦਿੰਦੇ ਸੀ। ਜੋ ਸਾਲ 6 ਮਹੀਨਿਆਂ ਤੋਂ ਜਾਂਦਾ, ਪਾਠ ਕਰਾ ਲਿਆ। ਜਦੋਂ ਸਮਾਪਤੀ ਹੋ ਗਈ, ਉਹ ਲੜਕੀ ਨੇ ਕਹਿ ਦਿੱਤਾ ਵੀ ਪਾਠ ਤਾਂ ਠੀਕ ਹੋਇਆ ਹੈ, ਸ਼ੁੱਧ ਹੋਇਆ ਹੈ, ਪਰ 2 ਗ੍ਰੰਥੀ ਕਹਿੰਦੇ ਇੱਕ ਸ਼ਰਾਬ ਪੀਣਾ, ਇੱਕ ਮਾਸ ਖਾਣਾ ਵਿੱਚ ਆ ਗਿਆ। ਕਲਿਆਣ ਤਾਂ ਮੇਰੀ ਹੋਈ ਨਹੀਂ ਹੈ। ਹੁਣ ਜਿਹੜੇ ਉਹ ਜੰਗ ਸਿੰਘ ਰਾਗੀ ਸੀ, ਉਹ ਕਹਿੰਦੇ ਵੀ ਐਸਾ ਨਹੀਂ ਹੋ ਸਕਦਾ ਹੈ, ਅਸੀਂ ਤਾਂ ਸਾਰੇ ਪੁੱਛ ਪੜਤਾਲ ਕਰਕੇ ਤੇ ਫੇਰ ਗ੍ਰੰਥੀ ਲਿਆ ਗਏ, ਸਾਡੇ ਵਿੱਚ ਕੋਈ ਮਾਸ ਖਾਣਾ ਨਹੀਂ, ਕੋਈ ਸ਼ਰਾਬ ਪੀਣਾ ਨਹੀਂ ਹੈਗਾ। ਉਹ ਹੱਥ ਜੋੜ ਕੇ ਕਹਿਣ ਲੱਗੀ, ਮੈਂ ਗੁਰੂ ਕੇ ਵਜ਼ੀਰ ਹੈ, ਇਹਨਾਂ ਨੇ ਮੇਰੇ ਨਿਮਿਤ ਪਾਠ ਕੀਤਾ, ਮੈਂ ਇਹਨਾਂ ਦਾ ਪੜਦਾ ਨਹੀਂ ਫਰੋਲਣਾ ਚਾਹੁੰਦੀ। ਵੇ ਤੁਸੀਂ ਉੱਥੇ ਜਾ ਕੇ ਨਿਰਣਾ ਕਰ ਲਿਓ, 2 ਵਿੱਚੋਂ ਨਿਕਲ ਆਉਣਗੇ। ਜੇ ਨਾ ਮੰਨੇ ਫੇਰ ਮੈਂ ਦੱਸ ਦੇਵਾਂ ਵੀ ਆਹ ਸ਼ਰਾਬ ਪੀਂਦਾ, ਆਹ ਮਾਸ ਖਾਂਦਾ ਹੈ। ਫਿਰ ਉਹਨਾਂ ਨੇ ਚੁੱਪ ਕਰਨਾ ਹੀ ਸੀ ਵੀ ਇੱਥੇ ਕਾਹਨੂੰ ਪੜਦਾ ਘੜਾਉਣਾ। ਫਿਰ ਉੱਥੇ ਜਦੋਂ ਕਲਾਸ ਲੱਗੀ ਨਾ, 250-300 ਵਿਦਿਆਰਥੀ ਬੈਠਾ ਸੀ ਉੱਥੇ, ਉਹਨਾਂ ਨੂੰ ਸੱਦ ਲਿਆ। ਕਹਿੰਦੇ ਲੈ ਵੀ ਹੁਣ ਸਾਰੀ ਸੰਗਤ ਰੂਹ ਵਿੱਚ ਬੈਠੇ ਆ, ਸੱਚੋ ਦੱਸੋ ਕਿਹੜਾ ਤੁਹਾਡੇ ਵਿੱਚੋਂ ਮਾਸ ਕਹਿੰਦਾ, ਕਿਹਦੇ ਵਿੱਚੋਂ ਕਿਹੜਾ ਸ਼ਰਾਬ ਪੀਂਦਾ ਹੈ? ਤੇ ਮਾਤਰਾ ਸਿੰਘ ਸਭ ਤੋਂ ਪਹਿਲਾਂ ਖੜਾ ਹੋ ਗਿਆ, ਕਹਿੰਦਾ ਜੀ ਮੈਂ। ਕਹਿੰਦੇ ਤੂੰ ਤਾਂ ਗਿਆਨੀ ਜੀ ਕੋਲ ਰਹਿੰਦਾ ਸੀ, ਤੇਰਾ ਕੀ ਬੇੜਾ ਫਿਰ? ਤੂੰ ਕਿੱਥੋਂ? ਕਹਿੰਦੇ 12 ਕੁ ਵਜੇ ਮੈਂ ਚਲਾ ਜਾਂਦਾ ਸੀ, ਗਿਆਨੀ ਜੀ ਨੇ ਤਾਂ ਹੀ ਮੈਨੂੰ ਭਜਾਇਆ। ਕਹਿੰਦੇ ਦੱਸਿਆ ਤਾਂ ਸਾਨੂੰ ਹੈ ਨਹੀਂ। ਕਹਿੰਦੇ ਬਸ ਉਹਨਾਂ ਨੇ ਕਹਿਤਾ ਵੀ ਕਾਹਨੂੰ, ਚਲੋ ਆਪੇ ਨਿਕਲੂ ਪੜਦਾ। ਕਹਿੰਦੇ ਅਸਲ ਆਹ ਗੱਲ ਹੈ, ਤਾਂ ਮੈਨੂੰ ਭਜਾਇਆ। ਅਗੇ ਅਸੀਂ ਤਾਂ ਇਸ ਕਰਕੇ ਵੀ ਚਲੋ ਉਹ ਤਾਂ ਚਾਹ ਵੀ ਨਹੀਂ ਪੀਂਦੇ, ਤੂੰ ਨਹੀਂ ਪੀਂਦਾ, ਵੀ ਤੂੰ ਮਾਸ ਖਾਨਾ ਹੈ? ਕਹਿੰਦੇ ਹਾਂ ਜੀ, ਮੈਂ ਗੱਫੇ ਲਾ ਲੈਣਾ ਕਿਤੇ ਕਿਤੇ, ਚੋਰੀ ਛਪੋਰੀ। ਫਿਰ ਦੂਜਾ ਇੱਕ ਸੰਤ ਸਿੰਘ ਸੀ, ਉਹ ਖੜਾ ਹੋ ਗਿਆ। ਉਹ ਹੁਣ ਉਹਨਾਂ ਦਾ ਮੰਨਿਆ ਪਰਮੰਨਿਆ ਪਾਠੀ ਸੀ। ਉਹ ਕਹਿੰਦੇ ਵੀ ਤੇਰਾ ਕਿਵੇਂ ਬੇੜਾ ਕਰਕੇ, ਅਸੀਂ ਤਾਂ ਤੇਰੀਆਂ ਸਹਿਣੀਆਂ ਭਰਦੇ ਵੀ, ਸਾਡਾ ਮੁੱਖ ਗ੍ਰੰਥੀ ਹੈ। ਕਹਿੰਦੇ ਵੀ ਇੱਥੇ ਤਾਂ ਨਹੀਂ ਮੈਂ ਬਿਲਕੁਲ, ਜਿੰਨਾ ਚਿਰ ਮਸਤਵਾਣੇ ਸਥਾਨ ਵਿੱਚ ਕੋਈ ਨਿਰਣਾ ਹੈ, ਪਰ ਜਦੋਂ ਮੈਂ ਘਰੇ ਘੁਰੇ ਜਾਣਾ, ਉਦੋਂ ਯਾਰ ਬੇਲੀ ਕਹਿੰਦਾ ਮੱਲੋ ਮੱਲੀ ਕਹਿੰਦੇ ਉਹ ਗਲੀਆਂ ਸਾਫ਼ ਕਰ ਲਾ, ਬਣਾ ਲਾ ਰਗਾ ਮੂੰਗੀ ਖਾ ਕੇ। ਹੁਣ ਇੱਥੇ ਤਾਂ ਨਹੀਂ ਹੁਣ ਆਪਾਂ ਪਾਠ ਕਰਨਾ, ਇੱਥੇ ਲਾ ਲਾ 2-3। ਕਹਿੰਦੇ ਉੱਥੇ ਫਿਰ ਮੈਂ ਜਦੋਂ ਘਰੇ ਰਹਿਣਾ ਨਾ, ਉੱਥੇ ਮੇਰਾ ਕਹਿੰਦੇ ਪੈਗ ਪੂਲ ਬਣਦੇ, ਇਸ ਕਰਕੇ ਉਹਨੇ ਸੱਚ ਬੋਲਿਆ। ਮੈਂ ਤਾਂ ਉਹਦੇ ਨੀਵੀਂ ਪਾ ਗਿਆ ਸੀ ਜਦੋਂ ਨੇ ਕਿਹਾ ਇੱਕ ਸ਼ਰਾਬ ਪੀਂਦਾ, ਇੱਕ ਮਾਸ ਖਾਂਦਾ। ਮੈਂ ਕਿਹਾ ਵੀ ਮਾਸ ਤਾਂ ਨਹੀਂ ਆਪਾਂ ਖਾਂਦੇ, ਸ਼ਰਾਬ ਤਾਂ ਪੀਂਦੇ ਆ। ਇਸ ਕਰਕੇ ਜਾਣੀ ਇਹ ਜਿਹੜੀ ਗੁਰਬਾਣੀ ਐਸੀ ਹੈ, ਜਦੋਂ ਇਹੋ ਜਿਹੇ ਆ ਜਾਂਦੇ ਨਾ, ਉਹਨਾਂ ਦੀ ਕਲਿਆਣ ਕਰ ਦਿੰਦੀ ਹੈ। ਉਹ ਦੱਸ ਵੀ ਦਿੰਦੇ ਵੀ ਸਾਡੀ ਹੋ ਗਈ।
ਹੋਏ ਇਸ ਕਰਕੇ ਕਵੀ ਜੀ ਕਹਿ ਰਿਹਾ ਗੁਰਬਾਣੀ ਭਾਈ ਐਸੀ ਏ ਜੀਵਾਂ ਦੀ ਭਟਕ ਰੂਹਾਂ ਦੀ ਕਲਿਆਣ ਵੀ ਕਰ ਦੇਣ ਵਾਲੀ ਹੈ। ਭੈ ਹਰਾ ਫਿਰ ਭੈ ਨੂੰ ਨਾਸ ਕਰ ਦੇਣ ਵਾਲੀ ਹੈ। ਜਨਮ ਮਰਨ ਦੇ ਭੈ ਨੂੰ ਵੀ ਸਭ ਤਰ੍ਹਾਂ ਦਾ ਜਿਹੜਾ ਭੈ ਹੈ, ਜੇ ਭੈ ਪਰਲੋਕ ਭੈ, ਜਨਮ ਵੇਦਨਾ ਜਾਤ ਅਨ ਰਖਿਆ ਰਗੁਤ ਭੈ ਅਕਸ਼ਮਾਤਰ ਭੈ ਸਾਥ। ਇਸ ਤਰ੍ਹਾਂ ਸੱਤ ਤਰ੍ਹਾਂ ਦੇ ਭੈ ਨੂੰ ਨਾਸ ਕਰ ਦੇਣ ਵਾਲੀ ਹੈ। ਭਾਵ ਭਰੀ ਫਿਰ ਭਵ ਭਰੀ ਸੰਸਾਰ ਦੇ ਵਿੱਚ ਜਿੰਨੇ ਦੈਵੀ ਗੁਣ ਹੈ ਉਹਨਾਂ ਨੂੰ ਭਰਨ ਵਾਲੀ ਹੈ, ਪਾਸਨ ਪਾਲਣ ਪੋਸਣ ਵਾਲੀ ਹੈ। ਬਲੀ ਬਾਹੁ ਸ਼ਮਸ਼ੇਰ ਕਹਿੰਦੇ ਬਲੀ ਬਾਹੂ ਵਿਵੇਕ ਤੇ ਵਿਚਾਰ ਰੂਪ ਕਹਿੰਦੇ ਬਲੀ ਬਾਹਾਂ ਵਾਲੀ ਹੈ। ਸ਼ਮਸ਼ੇਰ ਵਾਂਗ ਸ਼ੇਰ ਦੇ ਸਮਾਨ ਬੜੀ ਬਾਹਾਂ ਵਾਲੀ ਹੈ। ਭਗਤੀ ਰੂਪੀ ਤਲਵਾਰ ਆਪਣੇ ਹੱਥ ਵਿੱਚ ਪਕੜਨ ਵਾਲੀ ਗੁਰਬਾਣੀ ਹੈ। ਹਾਥ ਜੋਰ ਮਮ ਬੰਦਨਾ ਕਵੀ ਜੀ ਕਹਿੰਦੇ ਐਸੀ ਗੁਰਬਾਣੀ ਨੂੰ ਮਨ ਬੁੱਧ ਰੂਪੀ ਜਿਹੜੇ ਹੱਥ ਜੋੜ ਕੇ ਮੇਰੇ ਵੱਲੋਂ ਨਮਸਕਾਰ ਹੈ। ਬਾਰ ਕਰ ਹਾ ਸ਼ਮਸ਼ੇਰ ਹਾਂ ਬਾਰ ਕਰ ਹਾ ਸ਼ਮਸ਼ੇਰ। ਇਸ ਤਰ੍ਹਾਂ ਬਲ ਦੇ ਨਾਲ ਕਹਿੰਦੇ ਆ ਕੀ ਨਾਸ ਕਰ ਦੇਣ ਵਾਲੀ ਹੈ। ਕਿਰਪਾ ਰੂਪੀ ਕਿਰਪਾਨ ਚਲਾ ਕੇ ਔਗਣਾ ਨੂੰ ਗੁਨਾਹਾਂ ਨੂੰ ਪਾਪਾਂ ਨੂੰ ਸਰਬੋਤਮ ਜਨ ਸਰਬਦਾ ਇਸ ਤਰ੍ਹਾਂ ਮੰਗਲ ਨਹੀਂ ਲਿਖਿਆ ਹੈ ਪੂਰੇ ਨਾ ਦੋਰਾ ਨਾ ਹੋਈ ਐਸਾ। ਹਾਂ ਇਸ਼ਟ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮੰਗਲ। ਹੁਣ ਅੱਗੇ ਜੋ ਆਪਣੇ ਇਸ਼ਟ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਮਹਿਮਾ ਦਾ ਮੰਗਲ। ਗੁਰੂ ਨਾਨਕ ਸਾਹਿਬ ਜੀ ਕੈਸੇ ਹਨ? ਸਰਬੋਤਮ ਜਨ ਸਰਵਦਾ, ਜਿੰਨੇ ਦੁਨੀਆ ਵਿੱਚ ਜਨ ਹੈ ਪੁਰਸ਼ ਹੈ, ਉਹਨਾਂ ਸਾਰਿਆਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਉੱਤਮ ਹੈ, ਮਹਾਨ ਹੈ ਤੇ ਸਰਵਦਾ ਸਾਰਿਆਂ ਦੇ ਤਾਈਂ ਦਾਖੀਏ ਦੇਣ ਵਾਲੇ, ਸਾਰਿਆਂ ਦੇ ਦਾਤੇ ਹੈ। ਜਾਣੀ ਇੱਕ ਤਾਂ ਹੁੰਦੇ ਨਾ ਆਪਣੇ ਘਰ ਕਰਨ ਦੇ ਦਾਤੇ, ਅੰਨਾ ਵੰਡੇ ਸੀ ਨੇ ਮੁੜ ਮੁੜ ਘਰਦਿਆਂ ਨੂੰ ਹੁੰਦੇ। ਜੇ ਕੋਈ ਅੱਖਾਂ ਤੋਂ ਆਖਾ ਕਹਿੰਦੇ ਕੋਈ ਵੰਡਦਾ ਨਾ ਸੀਰ ਨਹੀਂ ਪੰਜੀਰੀ, ਤੇ ਉਹ ਭਾਵੇਂ ਅੰਨਾ ਹੀ ਹੈ, ਕਹਿੰਦੇ ਆਵਾਜ਼ ਪਛਾਣ ਕੇ ਆਪਣਿਆਂ ਨੂੰ ਦੇਈ ਜਾਂਦਾ, ਮੁੜ ਕੇ ਨਾ ਆਈ ਲੈ ਜਾ। ਇਸ ਤਰ੍ਹਾਂ ਕਹਿੰਦੇ ਉਹ ਇਹੋ ਜਿਹਾ ਪਰਮੇਸ਼ਰ ਨਹੀਂ, ਇਹਨੇ ਵਰਗਾ ਵੀ ਆਪਣਿਆਂ ਨੂੰ ਦੇ ਜਾਂ ਦੂਜਿਆਂ ਨੂੰ ਨਾ ਦੇਵੇ, ਨਾ ਆਪਣੇ ਭਗਤਾਂ ਨੂੰ ਵੀ ਦਿੰਦਾ। ਬਾਕੀ ਕੀੜੇ ਮਕੌੜੇ ਜਿੰਨੇ ਪਸ਼ੂ ਪੰਛੀ ਹੈ ਸਾਰਿਆਂ ਨੂੰ, ਸਭਨਾ ਜੀਆਂ ਕਾ ਇੱਕ ਦਾਤਾ। ਐਸਾ ਪਰਮੇਸ਼ਰ ਦਾਤਾ, ਸਾਰਿਆਂ ਨੂੰ ਦੇਣ ਵਾਲਾ ਦਾਤਾ ਹੈ। ਸਰਬੋ ਪਰ ਜਸ ਚਾਰ। ਫਿਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨਾਂ ਦਾ ਜਿਹੜਾ ਜਸ ਹੈ ਸਾਰਿਆਂ ਦੇ ਉੱਪਰ ਦੀ ਹੈ, ਤੇ ਜਸ ਵੀ ਚਾਰ ਕੀਏ ਸੁੰਦਰ ਹੈ। ਯਾਰ ਪੀਰ ਜਗਤ ਗੁਰੂ ਬਾਬਾ ਹੈ। ਗੁਰੂ ਨਾਨਕ ਸਾਹਿਬ ਜੀ ਮੱਕੇ ਮਦੀਨੇ ਗਏ, ਜਗਨਨਾਥ ਗਏ, ਸਾਰਿਆਂ ਦੇ ਉੱਪਰ ਗੁਰੂ ਨਾਨਕ ਸਾਹਿਬ ਦਾ ਜਸ ਉੱਪਰ ਹੈ, ਸਾਰੇ ਉੱਥੇ ਜਸ ਕਰਦੇ ਹਨ। ਜਗ ਗੁਰ ਸ੍ਰੀ ਨਾਨਕ ਦਮੋ। ਹਾਂ ਜੋ ਗੁਰੂ ਨਾਨਕ ਸਾਹਿਬ ਸੰਸਾਰ ਦੇ ਗੁਰੂ ਹਨ ਉਹਨਾਂ ਨੂੰ ਨਮਸਕਾਰ ਮੈਂ ਕਵੀ ਵੱਲੋਂ। ਧਰਨੀ ਪਰ ਸਿਰ ਧਾਰ। ਧਰਤੀ ਦੇ ਉੱਪਰ ਕਹਿੰਦੇ ਸਿਰ ਰੱਖ ਕੇ, ਇੱਕ ਤਾਂ ਹੁੰਦਾ ਨਾ ਐਵੇਂ ਹੱਥ ਜਾ ਮਾਰਨਾ ਖੜਿਆ ਖੜੋਤਾ, ਜਿਵੇਂ ਸਲੂਟ ਜਾ ਮਾਰਦੇ ਹੁੰਦੇ, ਕਹਿੰਦੇ ਐਸਿਆ ਨਹੀਂ, ਧਰਤੀ ਤੇ ਸੀਸ ਰੱਖ ਕੇ ਸ਼ਰਧਾ ਭਾਵਨਾ ਨਾਲ ਮੇਰੀ ਗੁਰੂ ਨਾਨਕ ਨੂੰ ਨਮਸਕਾਰ ਹੈ। ਸ੍ਰੀ ਅੰਗਦ ਰਾਵ ਗਿਆਨ ਕੇ। ਹੁਣ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਵੀ ਕਰ ਰਿਹਾ ਵੀ ਗੁਰੂ ਨਾਨਕ ਅੰਗਦ ਸਾਹਿਬ ਜੀ ਕੈਸੇ ਹੈ ਸਵਾਏ ਮਾਨ। ਗੁਰੂ ਅੰਗਦ ਸਾਹਿਬ ਗਿਆਨ ਦੇ ਸੂਰਜ ਹਨ। ਤਿਮਰ ਵਿਕਾਰ ਵਿਨਾਸ਼। ਜਿਹੜਾ ਵਿਕਾਰਾਂ ਰੂਪੀ ਹਨੇਰਾ ਉਹਦੇ ਨਾਸ਼ ਕਰ ਦੇਣ ਵਾਲੇ ਹੈ। ਪਦ ਅਰਵਿੰਦਨ ਬੰਦਨ। ਐਸੇ ਗੁਰੂ ਅੰਗਦ ਸਾਹਿਬ ਦੇ ਚਰਣਾ ਕਮਲਾਂ ਤੇ ਨਮਸਕਾਰ ਹੈ, ਤੇ ਮੇਰੀ ਕਵੀ ਦੀ ਇਹ ਮੰਗ ਵੀ ਹੈ। ਕੀਜਹ ਸੁਮਤ ਪ੍ਰਕਾਸ਼। ਹਮਾਰਾ ਹਿਰਦੇ ਮੇਰੇ ਹਿਰਦੇ ਅੰਦਰ ਜਿਹੜੀ ਸ੍ਰੇਸ਼ਟ ਮਤ ਉਹਦਾ ਪ੍ਰਕਾਸ਼ ਬਖਸ਼ੀਏ।
ਕਰੀਏ ਜੀ। ਸ੍ਰੀ ਸਤਿਗੁਰ ਬਾਰ ਅਮਰ ਜੀ। ਹਾਂ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਮਹਿਮਾ ਕਰ ਰਹੇ ਹੈ। ਸਭਾਏ ਮਨ ਸਤਿਗੁਰੂ ਸ੍ਰੇਸ਼ਟ ਗੁਰੂ ਅਮਰਦਾਸ ਜੀ, ਭਗਤ ਗਿਆਨ ਦੇ ਦਾਨ। ਜੋ ਆਪਣੇ ਸਿੱਖਾਂ ਨੂੰ ਪ੍ਰੇਮਾ ਭਗਤੀ ਦਾ ਦਾਨ ਦੇਣ ਵਾਲੇ ਹੈ ਤੇ ਬ੍ਰਹਮ ਗਿਆਨ ਦਾ ਦਾਨ ਵੀ ਦੇਣ ਵਾਲੇ ਹਨ। ਜਾਹਰ ਕਰੇ ਜਹਾਨ ਜਨ। ਜਿਨ੍ਹਾਂ ਨੇ ਆਪਣੇ ਦਾਸਾਂ ਨੂੰ ਪ੍ਰੇਮਾ ਭਗਤੀ ਦਾ ਦਾਨ ਦੇ ਕੇ ਬ੍ਰਹਮ ਦਾ ਗਿਆਨ ਦੇ ਕੇ ਫਿਰ ਸਾਰੇ ਸੰਸਾਰ ਦੇ ਵਿੱਚ ਜ਼ਾਹਰ ਕਰ ਦਿੱਤਾ, ਪ੍ਰਗਟ ਪ੍ਰਸਿੱਧ ਕਰਤਾ, ਉਹ 22 ਮੰਜੀਆਂ ਤੇ 72 ਪੀੜ੍ਹੀਆਂ ਬਲੀ ਇਸ਼ਾਰਾ ਹੈ ਕਵੀ ਦਾ। ਨਮਸਕਾਰ ਤਿੰਨ ਠਾਰ। ਉਸ ਐਸੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੈਂ ਨਮਸਕਾਰ ਕਰਦਾ ਹਾਂ। ਸੂਰਜ ਸੋਢੀ ਬੰਸ ਕੇ। ਆ ਜਿਹੜੀ ਕਹਿੰਦੇ ਸੋਢੀਆਂ ਦੀ ਵੰਸ਼ ਹੈ, ਉਹਦੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸੂਰਜ ਰੂਪ ਹੈ, ਪ੍ਰਕਾਸ਼ ਕਰਨ ਵਾਲੇ। ਵਿਦਤ ਸਕਲ ਜਗ ਜੋਏ। ਜੋ ਸਾਰੇ ਸੰਸਾਰ ਦੇ ਸੋਢੀਆਂ ਦੀ ਵੰਸ਼ ਹੈ, ਉਹਦੇ ਵਿੱਚ ਸੂਰਜ ਰੂਪ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਪ੍ਰਗਟ ਹਨ, ਪ੍ਰਤੱਖ ਹਨ। ਨਮੋ ਚਰਨ ਪਰ ਨਿਤ ਕਰਾਂ। ਉਸ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਮੈਂ ਹਮੇਸ਼ਾ ਕਹਿੰਦੇ ਨਮਸਕਾਰ ਕਰਦਾ। ਰਾਮਦਾਸ ਗੁਰ ਸੋਏ। ਜਿਨ੍ਹਾਂ ਦਾ ਚੌਥੇ ਸਰੂਪ ਦਾ ਨਾਮ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹੈ। ਅਜਰ ਜਰਨ ਧੀਰਜ ਧਰਨ। ਹੁਣ ਅੱਗੇ ਸ਼ਹੀਦਾਂ ਦੇ ਸਰਤਾਰ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਦਾ ਮੰਗਣਾ, ਜੋ ਅਜਰ ਸ਼ਕਤੀਆਂ ਨੂੰ ਜਰ ਲੈਣ ਵਾਲੇ ਹੈ, ਜਾਂ ਜਿਹੜੇ ਅਜਰ ਦੁੱਖ ਹੈ, ਨਹੀਂ ਸਹੇ ਜਾਣ ਵਾਲੇ ਦੁੱਖ, ਉਹਨਾਂ ਨੂੰ ਵੀ ਸਹਾਰ ਲੈਣ ਵਾਲੇ। ਤੱਤੀਆਂ ਤਵੀਆਂ ਤੇ ਬੈਠ ਕੇ ਤੱਤਾ ਰੇਤਾ ਪਵਾ ਕੇ ਸੀਸ ਵਿੱਚ ਨਾ ਜਰੇ ਜਾਣ ਵਾਲੇ ਦੁੱਖਾਂ ਨੂੰ ਵੀ ਜਰ ਲੈਣ ਵਾਲੇ, ਸਹਾਰ ਲੈਣ ਵਾਲੇ, ਤੇ ਧਰਤੀ ਵਾਂਗੂ ਧੀਰਜ ਧਾਰਨ ਵਾਲੇ ਹਨ, ਧੀਰਜ ਰੱਖਣ ਵਾਲੇ ਹਨ। ਤਾਰਨ ਜਨਨ ਜਹਾਜ। ਜਿਹੜੇ ਆਪਣੇ ਦਾਜ ਹੈ, ਉਹਨਾਂ ਨੂੰ ਕਹਿੰਦੇ ਜਹਾਜ ਵਰ ਸੰਸਾਰ ਤੋਂ ਧਾਰ ਦੇਣ ਵਾਲੇ ਹਨ। ਨਮੋ ਚਰਨ ਅਰਬਿੰਦ ਕੋ। ਐਸੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਮੈਂ ਕਵੀ ਦੀ ਨਮਸਕਾਰ ਹੈ। ਸ੍ਰੀ ਅਰਜਨ ਸੁਖ ਸਾਜ। ਜੋ ਗੁਰੂ ਅਰਜਨ ਦੇਵ ਜੀ ਸਭ ਤਰ੍ਹਾਂ ਦੇ ਜਿਹੜੇ ਸੁੱਖ ਆ ਉਹਨਾਂ ਨੂੰ ਸਜਾਉਣ ਬਜਾਉਣ ਵਾਲੇ, ਆਪ ਆਪਣੇ ਗੁਰਸਿੱਖਾਂ ਨੂੰ ਸਭ ਤਰ੍ਹਾਂ ਦੇ ਸੁੱਖ ਸਹੂਲਤਾਂ ਬਖਸ਼ ਕੇ ਸਜਾਉਣ ਬਜਾਉਣ ਵਾਲੇ, ਨਿਵਾਜਣ ਵਾਲੇ। ਇਸ ਤਰ੍ਹਾਂ ਇਹ ਕਵੀ ਜੀ ਨੇ 10 ਜਾਮਿਆਂ ਦੀ ਮਹਿਮਾ ਦਾ ਮੰਗਲ ਕੀਤਾ ਹੈ, ਜਿਨ੍ਹਾਂ ਵਿੱਚੋਂ ਜੋ 5 ਜਾਮੇ ਹਨ ਉਹਨਾਂ ਦੇ ਆਪਾਂ ਮੰਗਲ ਪੜ੍ਹ ਲਏ ਨੇ। ਸਮਾਂ ਹੁਣ ਪੂਰਾ ਹੋ ਗਿਆ ਹੈ। ਬਾਕੀ ਜਿਹੜੇ ਮੰਗਲ ਹੈ ਉਹ ਕੱਲ ਦੇ ਸਮੇਂ ਵਿੱਚ ਆਪਾਂ ਰਲ ਮਿਲ ਕੇ ਵਿਚਾਰਾਂਗੇ, ਲਾਹਾ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਕਰਕੇ ਆਪਾਂ ਅਰਦਾਸ ਵੀ ਜੁੜੀਏ ਜੀ। ਅਜਰ ਜਰਨ ਧੀਰਜ ਧਰਨ। ਤਾਰਨ ਜਨਨ ਜਹਾਜ। ਨਮੋ ਚਰਨ ਅਰਬਿੰਦ ਕੋ। ਸ੍ਰੀ ਅਰਜਨ ਸੁਖ ਸਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ